पंजाबी घराने हैं वो अपने बच्चों को फर्स्ट लैंग्वेज में पंजाबी से इंट्रोड्यूस क्यों नहीं करवाते? पता नहीं आई थिंक पर्सनल चॉइस है कि शायद क्योंकि अब पंजाबी थोड़ी ऑब्सोलीट होती जा रही है नॉर्मली अगर आप देखें। मेरा ये ख्याल है कि आगे जाते जाते पंजाबी इज़ अ डाइंग लैंग्वेज और उसका बहुत ज़्यादा रुझान नहीं होना। जो पढ़ी लिखी आवाम है, ख़ास तौर पे जो मेरी जनरेशन के लोग हैं, मेरे से नीचे और मेरे से 2 जनरेशन ऊपर वाले भी, अब ज़्यादातर लोग शिफ्ट हो चुके हैं उर्दू पे। उमर माएँ ना पसंद करती हैं आजकल, क्या वजह समझ में आती है, क्यों करती है? वैसे पंजाबी से वो ये समझती हैं तो बच्चा बदतमीज़ तरीके से ज़्यादा बोल रहा है। पंजाबी एक लैंग्वेज ऐसे बन गई है तो वो कैसे किसी से बात करें वैसे ऐसे लगता है किसी बदतमीज़ी से बात कर रहे हैं। देखिए हर बंदा चाहता है कि अपने बच्चे को ना अच्छी लैंग्वेज सिखाए, बताए। और पंजाबी जो है ना इतनी फेमस ज़बान नहीं है, इसलिए कि वो होती है कम एजुकेटेड समझ लें या कम पढ़ा लिखा समझ लें, वो इसलिए पंजाबी का सहारा लेता है। वैसे जो है ना हर माँ बाप चाहता है कि बच्चे को उर्दू इंग्लिश ये 2 चीज़ें लाਜ਼ਮੀ ਸਿਖਾਏ ਨਾ। ਨੈਣ ਸੁਖ ਸਾਹਿਬ ਕੀ ਵਜ੍ਹਾ ਹੈ ਕਿ ਜਦੋਂ ਪੰਜਾਬੀਆਂ ਨੂੰ ਪੁੱਛਿਆ ਜਾਂਦਾ ਹੈ ਕਿ ਉਹਨਾਂ ਦੀ ਮਾਂ ਬੋਲੀ ਕੀ ਹੈ ਤੇ ਇੱਕ ਵੱਡੀ ਅਕਸਰੀਅਤ ਜਿਹੜੀ ਹੈ ਉਹ ਕਹਿੰਦੀ ਹੈ ਉਰਦੂ। ਦੇਖੋ ਜਿਸ ਵਕਤ ਇੱਥੇ ਅੰਗਰੇਜ਼ ਆਇਆ ਤੇ ਉਹਨੇ ਹੁਣ ਇੱਥੇ ਰੂਲ ਕਰਨਾ ਸੀ ਔਰ ਉਹਦਾ ਜਿਵੇਂ ਦਿਲ ਕੀਤਾ ਉਹਨੇ ਰੂਲ ਕੀਤਾ ਔਰ ਸਾਰੇ ਕੰਕਰਰ ਇੰਝ ਹੀ ਕਰਦੇ ਨੇ, ਕਲੋਨਾਈਜ਼ਰ ਇੰਝ ਹੀ ਕਰਦੇ ਨੇ, ਉਹਨਾਂ ਨੇ ਆਪਣੀ ਮਰਜ਼ੀ ਕੀਤੀ। ਵੇਖਣ ਵਾਲੀ ਗੱਲ ਹੈ ਕਿ ਕਿਆ ਅਸੀਂ ਰਜਿਸਟ ਕੀਤਾ ਉਸ ਤਰ੍ਹਾਂ ਜਿਹੜੇ ਉਹ ਫੈਸਲੇ ਕਰਦੇ ਰਹੇ ਪੰਜਾਬੀਆਂ ਨੇ, ਜਿਹੜੀ ਸਾਡੀ ਹਾਕਮ ਟਾਬਰੀ ਬਣਾਈ ਉਹਨਾਂ ਨੇ, ਕਿਆ ਉਹਨੇ ਕਦੀ ਰਜਿਸਟ ਕੀਤਾ? ਉਹਨੇ ਨਹੀਂ ਰਜਿਸਟ ਕੀਤਾ। ਉਹਨਾਂ ਨੇ ਇਹ ਫੈਸਲਾ ਕੀਤਾ ਕਿ ਅਸੀਂ ਜਿਹੜਾ ਸਿਲੇਬਸ ਬਣਾਵਾਂਗੇ। ਜਦੋਂ ਓਰੀਐਂਟਲ ਕਾਲਜ ਬਣਿਆ ਤਾਂ ਉਹਦੇ ਵਿੱਚ ਉਹਨਾਂ ਨੇ ਸਿਲੇਬਸ ਇਸ ਤਰ੍ਹਾਂ ਬਣਾਇਆ ਕਿ ਜਿਹੜਾ ਹਿੰਦੂਆਂ ਵਾਸਤੇ ਬਣਾਇਆ ਦੇਵਨਾਗਰੀ ਦੇ ਵਿੱਚ, ਉਹ ਬਿਲਕੁਲ ਉਹਨਾਂ ਦੇ ਰਿਲੀਜਨ ਦੇ ਮੁਤਾਬਕ ਬਣਾਇਆ। ਫਿਰ ਜਿਸ ਵਕਤ ਮੁਸਲਮਾਨਾਂ ਦਾ ਸਿਲੇਬਸ ਬਣਾਇਆ ਜਿਹੜਾ ਉਹ ਪੜ੍ਹ ਕੇ ਮੌਲਵੀ ਜਾਂ ਮੁਨਸ਼ੀ ਬਣਦੇ ਸਨ, ਤੇ ਉਹ ਉਹਨਾਂ ਨੇ ਅਰਬੀ ਔਰ ਫਾਰਸੀ ਵਿੱਚੋਂ ਲੈ ਕੇ ਬਣਾਇਆ। ਔਰ ਜਿਹੜਾ ਸਾਡੇ ਸਿੱਖ ਸਨ ਉਹਨਾਂ ਦਾ ਉਹਨਾਂ ਨੇ ਗੁਰਮੁਖੀ ਪੰਜਾਬੀ ਨੂੰ ਉਹਨਾਂ ਗੁਰਮੁਖੀ ਸਕ੍ਰਿਪਟ ਵਿੱਚ ਹੀ ਲਾਇਆ। ਸ਼ਾਹਮੁਖੀ ਜਾਂ ਜਿਹਨੂੰ ਅਸੀਂ ਫਾਰਸੀ ਰਸਮੁਲ ਖਤ ਕਹਿੰਦੇ ਹਾਂ ਇਹਦੇ ਵਿੱਚ ਨਹੀਂ ਲਾਇਆ। ਅਤੇ ਉਸ ਦਿਨ ਇੱਕ ਬੜੀ ਵੱਡੀ ਇੱਕ ਫੈਸਲਾ ਹੋ ਗਿਆ ਕਿ ਹੁਣ ਜਿਹੜੀ ਪੰਜਾਬੀ ਹੈ ਉਹ ਕੌਣ ਪੜ੍ਹਨਗੇ? ਸਿਰਫ ਸਿੱਖ। ਜਿਸ ਵਕਤ ਤੁਸੀਂ ਅੱਛਾ ਇਹ ਤਾਂ ਉਸ ਵਕਤ ਫੈਸਲਾ ਹੋਇਆ ਕਿ ਜਿਹੜਾ ਸਿੱਖ ਸੀ ਉਹ ਗਿਆਨੀ ਬਣ ਰਿਹਾ ਸੀ, ਜਿਹੜਾ ਹਿੰਦੂ ਸੀ ਉਹ ਸ਼ਾਸਤਰੀ ਬਣ ਰਿਹਾ ਸੀ, ਔਰ ਜਿਹੜਾ ਮੁਸਲਮਾਨ ਸੀ ਉਹ ਮੁਨਸ਼ੀ ਜਾਂ ਮੌਲਵੀ ਬਣ ਰਿਹਾ ਸੀ ਉਹ ਸਿਲੇਬਸ ਨੂੰ ਪੜ੍ਹ ਕੇ। ਉਸ ਤੋਂ ਬਾਅਦ ਜਿਸ ਵਕਤ ਉਹ ਅੱਗੇ ਅਸੀਂ ਜਾਂਦੇ ਹਾਂ ਅਤੇ ਜਿਸ ਵਕਤ ਉਹ ਕਿਸੇ ਸਕੂਲ ਦੇ ਵਿੱਚ ਜਾਂ ਕਿਸੇ ਕਾਲਜ ਦੇ ਵਿੱਚ ਕੋਈ ਅਗਰ ਪੰਜਾਬੀ ਪੜ੍ਹਨਾ ਚਾਹੁੰਦਾ ਸੀ ਤਾਂ ਉਹਦੇ ਵਾਸਤੇ ਜ਼ਰੂਰੀ ਸੀ ਕਿ ਉਹ ਗੁਰਮੁਖੀ ਵਿੱਚ ਪੜ੍ਹੇ। ਅੱਛਾ ਜਿਸ ਵਕਤ ਉਹਨਾਂ ਨੇ ਸਿਲੇਬਸ ਦੇਖਦੇ ਸਨ ਅਤੇ ਉਹ ਸਾਰਾ ਸਿੱਖ ਰਿਲੀਜਨ ਦੇ ਮੁਤਾਬਕ ਹੁੰਦਾ ਸੀ। ਅਤੇ ਮੁਸਲਮਾਨਾਂ ਦਾ ਤਾਂ ਫਿਰ ਉਹ ਉਸ ਵੇਲੇ ਦੇ ਮੁਸਲਮਾਨਾਂ ਦਾ ਇਹ ਫੈਸਲਾ ਤਕਰੀਬਨ ਹੋ ਗਿਆ ਬਈ ਅਸੀਂ ਹੁਣ ਪੰਜਾਬੀ ਨਹੀਂ ਪੜ੍ਹਨੀ ਕਿਉਂਕਿ ਉਹ ਗੁਰਮੁਖੀ ਦੇ ਵਿੱਚ। ਲੇਕਿਨ ਇਹਦੇ ਉੱਤੇ ਕੋਈ ਆਵਾਜ਼ ਨਹੀਂ ਚੁੱਕੀ ਗਈ ਬਹੁਤ ਵੱਡੇ ਲੈਵਲ ਦੇ ਉੱਤੇ ਬਈ ਇਹਨੂੰ ਰਜਿਸਟ ਕਰਦੇ ਬਈ ਪੰਜਾਬੀ ਤੁਸੀਂ ਫਾਰਸੀ ਵਿੱਚ ਰਸਮੁਲ ਖਤ ਵਿੱਚ ਵੀ ਪੜ੍ਹਾਓ। ਇਹਦੇ ਉੱਤੇ ਕੋਈ ਸਾਨੂੰ ਨਜ਼ਰ ਨਹੀਂ ਆਉਂਦੀ ਕਿ ਕਿਸੇ ਨੇ ਕੋਈ ਕੋਸ਼ਿਸ਼ ਕੀਤੀ ਹੋਵੇ। ਅਤੇ ਇਹ ਇੱਕ ਬਹੁਤ ਵੱਡਾ ਕਾਰਨ ਬਣਿਆ ਮੁਸਲਮਾਨਾਂ ਦੇ ਵਿੱਚ ਖਾਸ ਤੌਰ ਦੇ ਉੱਤੇ, ਕਿਉਂਕਿ ਸਿੱਖਾਂ ਦੀ ਤਾਂ ਫਿਰ ਮਜ਼ਹਬੀ ਜ਼ੁਬਾਨ ਬਣ ਗਈ ਪੰਜਾਬੀ ਔਰ ਗੁਰਮੁਖੀ ਦੇ ਵਿੱਚ ਉਹ ਲਿਖਦੇ ਸਨ। ਅਤੇ ਉਹ ਤਾਂ ਹੁਣ ਅੱਜ ਵੀ ਉਸ ਪਾਸੇ ਅਗਰ ਪੰਜਾਬ ਵਿੱਚ ਅਸੀਂ ਦੇਖੀਏ ਤਾਂ ਉਹਨਾਂ ਨੂੰ ਤਾਂ ਕਿਉਂਕਿ ਉਹਨਾਂ ਦੀ ਮਜ਼ਹਬੀ ਜ਼ੁਬਾਨ ਵੀ ਹੈ, ਉਹਨਾਂ ਦੀ ਐਜੂਕੇਸ਼ਨ ਵਿੱਚ ਵੀ ਉਹਨਾਂ ਨੇ ਲੈਣ ਦੀ ਪੰਜਾਬੀ। ਪਰ ਸਾਡੀ ਹੁਣ ਐਜੂਕੇਸ਼ਨ ਦੀ ਜ਼ੁਬਾਨ ਉਰਦੂ ਔਰ ਅੰਗਰੇਜ਼ੀ ਹੈ ਔਰ ਬੋਲਣ ਦੀ ਜਿਹੜੀ ਸਾਡੀ ਜ਼ੁਬਾਨ ਸਾਡੀ ਜਿਹੜੀ ਪਿਛਲੀ ਪੀੜ੍ਹੀ ਸੀ ਉਹ ਤਾਂ ਸਾਰੇ ਲੋਕ ਹੀ ਪੰਜਾਬੀ ਬੋਲਦੇ ਸੀ। ਅੱਜ ਵਾਲੇ ਵੀ ਬਹੁਤ ਸਾਰੇ ਲੋਕ ਪੰਜਾਬੀ ਬੋਲਦੇ ਨੇ, ਪਰ ਜਦੋਂ ਉਹ ਵੇਖਦੇ ਨੇ ਕਿ ਕਿਸੇ ਮਹਿਫਲ ਵਿੱਚ ਜਾਣਾ ਹੈ ਤਾਂ ਉੱਥੇ ਉਹ ਕੋਸ਼ਿਸ਼ ਕਰਨਗੇ ਕਿ ਮੈਂ ਉਰਦੂ ਬੋਲਾਂ। ਔਰ ਇਹਦੀ ਵੀ ਇੱਕ ਖਾਸ ਵਜ੍ਹਾ ਹੈ ਕਿ ਕਿਉਂ ਇੰਝ ਹੋਇਆ। ਇਹਦੀ ਕੀ ਵਜ੍ਹਾ ਹੈ? ਦੇਖੋ ਜਿਸ ਵਕਤ ਫਿਰ ਇੱਥੇ ਉਹ ਲੋਕ ਆ ਗਏ, ਜਿਸ ਵਕਤ ਪੰਜਾਬ ਕਮਿਸ਼ਨਰੀ ਬਣੀਆਂ ਔਰ ਲਾਹੌਰ ਉਹਦਾ ਹੈੱਡਕੁਆਟਰ ਬਣਿਆ ਔਰ ਕੈਪੀਟਲ ਜਿਹੜਾ ਸੀ ਉਹ ਦਿੱਲੀ ਤੋਂ ਕਲਕੱਤੇ ਚਲਾ ਗਿਆ, ਅਤੇ ਇੱਥੇ ਸਰਿਸ਼ਤਾਦਾਰਾਂ ਦੀ ਜ਼ਰੂਰਤ ਪਈ, ਕਲਰਕਾਂ ਦੀ ਜ਼ਰੂਰਤ ਪਈ। ਕਲਰਕ ਕਿੱਥੋਂ ਆਇਆ? ਦਿੱਲੀ ਤੋਂ, ਉਹ ਆਇਆ ਲਖਨਊ ਤੋਂ, ਉਹ ਆਇਆ ਭੋਪਾਲ ਤੋਂ, ਉਹ ਸਾਰੇ ਜਿਹੜੇ ਸਨ ਉਰਦੂ ਸਪੀਕਿੰਗ ਸਨ। ਉਹਨਾਂ ਨੇ ਫਿਰ ਇੱਥੇ ਆ ਕੇ ਉਹ ਜਿਹੜੀ ਸਰਿਸ਼ਤਾਦਾਰੀ ਕੀਤੀ ਔਰ ਇੱਕ ਕਲਾਸ ਬਣੀ ਹਾਕਮਾਂ ਦੀ। ਹੈ ਤਾਂ ਉਹ ਕਲਰਕ ਸਨ ਲੇਕਿਨ ਸਾਡੇ ਵਾਸਤੇ ਤਾਂ ਉਹ ਵੀ ਹਾਕਮ, ਮਤਲਬ ਹਾਕਮ ਹੀ ਅਸੀਂ ਉਹਨਾਂ ਨੂੰ ਕਹਾਂਗੇ। ਉਹ ਜਿਹੜੇ ਬਣ ਰਹੇ ਸਨ ਉਹ ਸਾਰੇ ਲੋਕ ਉਰਦੂ ਵਾਲੇ ਆ ਗਏ ਅਤੇ ਇੰਝ ਲੱਗਾ ਕਿ ਜਿਹੜੀ ਹਾਕਮਾਂ ਦੀ ਜ਼ੁਬਾਨ ਹੈ ਜਾਂ ਜਿਹੜੀ ਅੱਗੇ ਵਧਣ ਦੀ ਜ਼ੁਬਾਨ ਹੈ ਉਹ ਹੁਣ ਉਰਦੂ ਹੈ। ਫਿਰ ਲਿਟਰੇਚਰ ਕਿਸ ਤਰ੍ਹਾਂ ਦਾ ਛਾਪਿਆ ਜਾ ਰਿਹਾ ਕਿ ਹੁਣ ਜਿਹੜਾ ਮੌਲਵੀ ਮੁਮਤਾਜ਼ ਅਲੀ ਸੀ
ਜਿਨ੍ਹਾਂ ਨੇ ਇੱਥੇ ਆ ਕੇ ਰਸਾਲੇ ਸ਼ੁਰੂ ਕੀਤੇ, ਜ਼ੇਬ ਨਿਸਾ ਔਰ ਫੂਲ, ਔਰ ਫਿਰ ਉਹਨਾਂ ਦੀ ਵਾਈਫ ਜਿਹੜੀ ਮੁਹੰਮਦੀ ਬੇਗਮ ਸੀ ਉਹ ਇੱਕ ਸਿੰਬਲ ਬਣ ਗਈ ਕਿ ਉਹ ਕੁਰਾਨ ਪੜ੍ਹਾਉਂਦੀ ਸੀ ਘਰਾਂ ਦੇ ਵਿੱਚ। ਹੁਣ ਬੱਚਾ ਜਿਹੜਾ ਬੱਚਾ ਪੜ੍ਹ ਰਿਹਾ ਫੂਲ, ਮਾਂ ਉਹਦੀ ਪੜ੍ਹ ਰਹੀ ਹੈ ਜ਼ੇਬ, ਜਿਹੜਾ ਔਰਤਾਂ ਵਾਸਤੇ ਰਸਾਲਾ ਸੀ ਉਹਨਾਂ ਦਾ ਤਹਿਜ਼ੀਬ ਨਿਸਵਾਂ। ਤੇ ਉਹ ਹੁਣ ਸਾਰਾ ਜਿਹੜਾ ਮਾਹੌਲ ਹੀ ਐਸਾ ਬਣਿਆ ਕਿ ਪੜ੍ਹੇ ਲਿਖੇ ਲੋਕਾਂ ਨੇ ਜਾਣਾ ਹੀ ਉੱਧਰ ਹੈ, ਉਹਨਾਂ ਨੇ ਉਰਦੂ ਹੀ ਬੋਲਣੀ। ਜਿਸ ਵਕਤ ਇੱਥੇ ਅੰਜਮਨ ਇਸਲਾਮੀਆ ਬਣੀ, ਅੰਜਮਨ ਹਮਾਇਤ ਇਸਲਾਮ ਬਣੀ, ਗੁਰੂ ਸਿੰਘ ਸਭਾ ਬਣੀ, ਇਸੇ ਤਰ੍ਹਾਂ ਹਿੰਦੂਆਂ ਦੀਆਂ ਮੁਖਤਲਿਫ ਆਰਗੇਨਾਈਜੇਸ਼ਨਸ ਬਣੀਆਂ, ਤੇ ਉਹਦੇ ਵਿੱਚ ਫਿਰ ਨਾ ਐਸੇ ਪਾਸੇ ਹੀ ਜਾਣਾ ਸੀ ਕਿ ਅਸੀਂ ਵੰਡੇ ਹੀ ਜਾਣਾ ਸੀ। ਤੇ ਜਿਹੜੀ ਸਿੱਖਾਂ ਦੀ ਜ਼ਬਾਨ ਗੁਰਮੁਖੀ ਸਿਰਫ ਨਹੀਂ ਹੋਈ, ਉਰਦੂ ਵੀ ਮੁਸਲਮਾਨਾਂ ਦੀ ਇੱਕ ਕਿਸਮ ਦੀ ਮਜ਼ਹਬੀ ਜ਼ਬਾਨ ਬਣ ਗਈ। ਹੁਣ ਅੰਜਮਨ ਇਸਲਾਮੀਆ ਜਾਂ ਅੰਜਮਨ ਹਮਾਇਤ ਇਸਲਾਮ ਇੱਕ ਜਦੋਂ ਜਲਸਾ ਕਰਦੀ ਸੀ ਆਪਣਾ, ਜਿਹਦੇ ਵਿੱਚ ਅਲਾਮਾ ਇਕਬਾਲ ਨੂੰ ਪ੍ਰਮੋਟ ਕੀਤਾ ਜਾਂਦਾ ਸੀ। ਅਲਾਮਾ ਇਕਬਾਲ ਬੜੇ ਵੱਡੇ ਹਜ਼ਾਰਾਂ ਦੇ ਜਿਹੜੇ ਜਲਸੇ ਹੁੰਦੇ ਸਨ ਉਹਨਾਂ ਦੇ ਵਿੱਚ ਆਪਣੀ ਪੋਇਮ ਪੜ੍ਹ ਰਿਹਾ ਸੀ, ਜਾਂ ਅੰਜਮਨ ਪੰਜਾਬ ਦੇ ਮੁਸ਼ਾਇਰੇ ਕਰਾਏ ਜਾ ਰਹੇ ਸਨ, ਔਰ ਸ਼ਮਸੁਲ ਉਲਮਾ ਮੌਲਾਨਾ ਮੁਹੰਮਦ ਹੁਸੈਨ ਆਜ਼ਾਦ ਔਰ ਸ਼ਮਸੁਲ ਉਲਮਾ ਮੌਲਾਨਾ ਅਲਤਾਫ ਹੁਸੈਨ ਹਾਲੀ ਇੱਥੇ ਆਏ, ਔਰ ਉਹਨਾਂ ਦੀ ਜਿਹੜੀ ਮੁਸੱਦਸ ਹਾਲੀ ਸੀ, ਅਲਤਾਫ ਹੁਸੈਨ ਹਾਲੀ ਦੀ ਜਿਹੜੀ ਨਜ਼ਮ ਸੀ ਉਹਨੂੰ ਇੰਨਾ ਪ੍ਰਮੋਟ ਕੀਤਾ ਜਾ ਰਿਹਾ ਸੀ। ਤੇ ਉਹ ਸਾਡਾ ਵੀ ਅਸੀਂ ਇਸਲਾਮੀਆਨ ਹਿੰਦ, ਮੁਸਲਮਾਨਾਂ ਨੂੰ ਇਸਲਾਮੀਆਨ ਹਿੰਦ ਕਿਹਾ ਜਾਂਦਾ ਸੀ। ਇਸਲਾਮੀਆਨ ਹਿੰਦ ਦੀ ਜ਼ਬਾਨ ਕਿਹੜੀ ਹੈ? ਉਰਦੂ। ਤੇ ਉਹ ਫਿਰ ਜਿਹੜੀ ਮੁਸਲਮਾਨਾਂ ਦੀ ਜ਼ਬਾਨ ਵੀ ਜਿਸ ਤਰ੍ਹਾਂ ਸਿੱਖਾਂ ਦੀ ਗੁਰਮੁਖੀ ਦੇ ਵਿੱਚ ਪੰਜਾਬੀ ਬਣ ਗਈ, ਇਸੇ ਤਰ੍ਹਾਂ ਮੁਸਲਮਾਨਾਂ ਨੂੰ ਇਹ ਜਿਹੜੇ ਸਿਆਸੀ ਤੌਰ ਤੇ ਜਾਗਰਤ ਲੋਕ ਸਨ, ਜਿਹੜੇ ਸਿਆਸਤ ਵਿੱਚ ਅੱਗੇ ਵਧ ਰਹੇ ਸਨ, ਉਹਨਾਂ ਨੂੰ ਇਹ ਲੱਗ ਰਿਹਾ ਸੀ ਕਿ ਹੁਣ ਸਾਡੀ ਵੀ ਜਿਹੜੀ ਜ਼ਬਾਨ ਹੈ ਜਾਂ ਜਿਹੜੀ ਅਸੀਂ ਹੁਣ ਸਿਆਸਤ ਵੀ ਕਰਨੀ ਹੈ ਉਹ ਉਰਦੂ ਜ਼ਬਾਨ ਨੂੰ ਪ੍ਰਮੋਟ ਕਰਕੇ ਹੀ ਅਸੀਂ ਕਰਨੀ ਹੈ। ਨੈਨਸੁਖ ਸਾਹਿਬ, ਤੁਸੀਂ ਕਿਹਾ ਕਿ ਉਹਨਾਂ ਨੂੰ ਲੱਗਿਆ ਕਿ ਉਰਦੂ ਜ਼ੁਬਾਨ ਨੂੰ ਪ੍ਰਮੋਟ ਕਰਕੇ ਹੀ ਅੱਗੇ ਚੱਲਣਾ ਪਏਗਾ, ਲੇਕਿਨ ਇਹ ਪ੍ਰਮੋਸ਼ਨ ਕਰ ਕੌਣ ਰਿਹਾ ਸੀ? ਕੋਈ ਕਲਾਸ ਸੀਗੀ, ਅੰਗਰੇਜ਼ ਸੀਗੇ, ਜਾਂ ਨਿਜ਼ਾਮ ਸੀ, ਜਾਂ ਕੋਈ ਇੱਕ ਖਾਸ ਤਬਕਾ ਸੀ? ਕੌਣ ਸੀ ਜਿਹੜਾ ਇਸ ਪ੍ਰਮੋਸ਼ਨ ਦੇ ਨਾਲ ਸਭ ਤੋਂ ਵੱਡਾ ਹਿੱਸੇਦਾਰ ਬਣਿਆ? ਦੇਖੋ, ਤਿੰਨ ਧਿਰਾਂ ਬਣਦੀਆਂ ਨੇ, ਮਤਲਬ ਤਿੰਨ ਫਰੀਕ ਜਾਂ ਲੋਕ ਬਣਦੇ ਨੇ ਇਹ ਸਾਰੀ ਗੱਲ ਦੇ ਵਿੱਚ। ਇੱਕ ਉਹ ਅੰਗਰੇਜ਼ ਜਿਹੜਾ ਕੋਲੋਨਾਈਜ਼ਰ, ਇੱਕ ਉਹ ਲੋਕ ਜਿਹੜੇ ਰੂਲ ਕਰ ਰਹੇ ਸਨ ਇੱਥੋਂ ਦੇ ਲੋਕਲ ਲੋਕ, ਔਰ ਇੱਕ ਆਵਾਮ। ਹੁਣ ਜਿਹੜੇ ਅੰਗਰੇਜ਼ ਨੇ ਤੇ ਜੋ ਕੀਤਾ ਉਹਨੂੰ ਅਸੀਂ ਕੰਡੈਮ ਕਰਨਾ ਸਾਡਾ ਇਸ ਵਾਸਤੇ ਫਜ਼ੂਲ ਹੈ ਕਿ ਉਹਨੇ ਤੇ ਆਪਣੀ ਮਰਜ਼ੀ ਨਾਲ ਹੀ ਰੂਲ ਕਰਨਾ ਸੀ, ਜੋ ਉਹਨੂੰ ਸੂਟ ਕਰ ਰਿਹਾ ਸੀ ਉਹਨੇ ਕਰਨਾ ਸੀ। ਹੁਣ ਜਿਹੜੇ ਇੱਥੇ ਹਾਕਮ ਉਹਨੇ ਬਣਾਏ ਅੰਗਰੇਜ਼ ਨੇ, ਜਿਹੜੇ ਇੱਥੋਂ ਦੇ ਪੰਜਾਬ ਚੀਫਸ ਕਹਿ ਲਓ ਬਣਾਏ, ਜਿਹੜੀਆਂ ਅੱਜ ਵੀ ਸਾਰੇ ਲੋਕ ਰੂਲ ਕਰ ਰਹੇ ਨੇ, ਅੱਜ ਵੀ ਉਹ ਪੰਜਾਬ ਚੀਫਸ ਹੀ ਰੂਲ ਕਰ ਰਹੇ ਨੇ, ਉਹ ਐਸੇ ਲੋਕ ਸਨ ਕਿ ਜਿਨ੍ਹਾਂ ਦਾ ਇਸ ਧਰਤੀ ਦੇ ਨਾਲ ਕੋਈ ਜੁੜਤ ਹੀ ਨਹੀਂ। ਉਹਨਾਂ ਦੇ ਵਿੱਚੋਂ ਹਰ ਜਿਹੜਾ ਪੰਜਾਬ ਚੀਫ ਹੈ ਉਹਦੇ ਘਰ ਵਿੱਚ ਜਿਹੜਾ ਸ਼ਜਰਾ ਹੈ ਉਹਦੇ ਵਿੱਚ ਬਕਾਇਦਾ ਲਿਖਿਆ ਕਿ ਤੂੰ ਇਸ ਧਰਤੀ ਦਾ ਨਹੀਂ, ਤੂੰ ਅਰਬ ਹੈ, ਤੂੰ ਅਫਗਾਨ ਹੈ, ਤੂੰ ਇਰਾਨੀ ਹੈ, ਤੂੰ ਟਰਕ ਹੈ, ਤੂੰ ਗਰੀਕ ਹੈ। ਉਹ ਔਰ ਅੱਜ ਵੀ ਉਹ ਬੜੇ ਮਾਣ ਦੇ ਨਾਲ ਆਪਣਾ ਸ਼ਜਰਾ ਰੱਖ ਕੇ ਬੈਠੇ ਨੇ ਕਿ ਮੈਂ ਇੱਥੋਂ ਦਾ ਨਹੀਂ। ਜਿਸ ਵਕਤ ਤੁਸੀਂ ਧਰਤੀ ਦੇ ਨਾਲ ਤੁਹਾਡੀ ਜੁੜਤ ਹੀ ਖਤਮ ਹੋ ਜਾਂਦੀ ਹੈ, ਤੁਹਾਡੇ ਵਸੇਬ ਦੇ ਨਾਲ, ਤੁਹਾਡੇ ਕਲਚਰ ਦੇ ਨਾਲ ਤੁਸੀਂ ਜੁੜਤ ਉਸ ਤਰ੍ਹਾਂ ਤੁਹਾਡੀ ਨਹੀਂ ਰਹੀ, ਗੋਤ ਨੂੰ ਹੀ ਨਹੀਂ ਸਮਝਦੇ ਆਪਣੀ, ਮਾਣ ਹੀ ਤੁਸੀਂ ਇਸ ਗੱਲ ਦੇ ਉੱਤੇ ਕਰ ਰਹੇ ਹੋ ਬਈ ਮੈਂ ਇਸ ਧਰਤੀ ਦਾ ਨਹੀਂ। ਤੇ ਜਿਸ ਵਕਤ ਤੁਸੀਂ ਉਹਦੀ ਇੱਕ ਜ਼ੁਬਾਨ ਤੇ ਇੱਕ ਬਹੁਤ ਵੱਡੀ ਇੱਕ ਤੁਹਾਡੀ ਸ਼ਨਾਖਤ ਪਛਾਣ ਹੁੰਦੀ ਹੈ, ਬਹੁਤ ਵੱਡੀ, ਫਿਰ ਉਹਦੇ ਨਾਲ ਤੁਹਾਡੀ ਉਹ ਪਿਆਰ ਜਾਂ ਉਹ ਇਸ਼ਕ ਹੋਣਾ ਚਾਹੀਦਾ, ਮਤਲਬ ਧਰਤੀ ਦੇ ਨਾਲ, ਤੁਹਾਡੀ ਆਪਣੀ ਬੋਲੀ ਦੇ ਨਾਲ, ਆਪਣੇ ਵਸੇਬ ਦੇ ਨਾਲ। ਉਹਦੇ ਤੋਂ ਬਗੈਰ ਤਾਂ ਇੰਝ ਹੀ ਤੁਸੀਂ ਸਮਝੋ ਕਿ ਬੰਦਾ ਜੀ ਹੀ ਨਹੀਂ ਸਕਦਾ ਜੇ ਅਗਰ ਉਹਦੀ ਧਰਤੀ ਦੇ ਨਾਲ ਜੁੜਤ ਹੋਵੇ ਕਿ ਮੇਰਾ ਕੀ ਹੋ ਰਿਹਾ। ਤੇ ਉਹ ਜਿਹੜੇ ਲੋਕ ਸਨ ਉਹ ਸਾਰੇ ਦੇ ਸਾਰੇ ਅੰਗਰੇਜ਼ ਦਾ ਇੱਕ ਆਪਣਾ ਸਿਸਟਮ ਜਿਹੜਾ ਉਰਦੂ ਨੂੰ ਇੱਥੇ ਪ੍ਰਮੋਟ ਕਰਨਾ ਚਾਹ ਰਿਹਾ ਔਰ ਅੰਗਰੇਜ਼ੀ ਨੂੰ ਪ੍ਰਮੋਟ ਕਰਨਾ ਚਾਹ ਰਿਹਾ, ਔਰ ਫਿਰ ਜਿਹੜੇ ਉਹਨੇ ਪੰਜਾਬ ਚੀਫਸ ਬਣਾਏ, ਸਾਡੇ ਹਾਕਮ ਬਣਾਏ, ਉਹ ਵੀ ਇਹ ਸੋਚਦੇ ਕੀ ਸਨ, ਉਹ ਸਮਝਦੇ ਸਨ ਕਿ ਅਸੀਂ ਇਸ ਧਰਤੀ ਦੇ ਨਹੀਂ। ਔਰ ਉਹਨਾਂ ਨੂੰ ਜੇ ਇਹ ਕਿਹਾ ਗਿਆ ਵੀ ਇਹ ਜ਼ਬਾਨ ਜਿਹੜੀ ਹੈ ਜ਼ਿਆਦਾ ਬਿਹਤਰ ਹੈ, ਤੇ ਉਹਨਾਂ ਨੇ ਉਸ ਨੂੰ ਲਾ ਲਿਆ। ਇੱਕ ਵੀ ਸਾਨੂੰ ਮੂਵਮੈਂਟ ਉਸ ਵੇਲੇ ਅੰਗਰੇਜ਼ ਦੇ ਜ਼ਮਾਨੇ ਦੇ ਵਿੱਚ ਲੈਂਗੁਏਜ ਮੁਸਲਮਾਨ ਖਾਸ ਤੌਰ 'ਤੇ ਮੁਸਲਮਾਨਾਂ ਦਾ ਸਭ ਤੋਂ ਜ਼ਿਆਦਾ ਮੁਸਲਮਾਨ ਪੰਜਾਬ ਦੇ ਜਿਹੜੇ ਮੁਸਲਮਾਨ ਸਨ ਜਾਂ ਇਵਨ ਹਿੰਦੂਆਂ ਦਾ ਵੀ ਇਹ ਇਸ਼ੂ ਹੋਣਾ ਚਾਹੀਦਾ ਸੀ ਕਿ ਸਾਡੀ ਜ਼ੁਬਾਨ ਨੂੰ ਮਾਰਿਆ ਜਾ ਰਿਹਾ ਤੇ ਸਾਨੂੰ ਕੋਈ ਬਹੁਤ ਵੱਡੀ ਮੂਵਮੈਂਟ ਨਹੀਂ ਨਜ਼ਰ ਆ ਰਹੀ ਉਸ ਵੇਲੇ। ਔਰ ਅੱਜ ਵੀ ਤੁਸੀਂ ਦੇਖਦੇ ਹੋ ਕਿ ਅੱਜ ਵੀ ਜੋ ਤੁਸੀਂ ਲੋਕਾਂ ਦੇ ਇੰਟਰਵਿਊ ਅਗਰ ਕੀਤੇ ਤੇ ਲੋਕ ਜੋ ਕਹਿ ਰਹੇ ਨੇ ਉਹ ਵਾਕਈ ਐਸੇ ਤਰ੍ਹਾਂ ਹੀ ਲੋਕ ਕਹਿ ਰਹੇ ਨੇ। ਲੋਕ ਕੀ ਕਹਿ ਰਹੇ ਨੇ ਨਾ, ਮੈਂ ਉਹਦਾ ਇੱਕ ਨਮੂਨਾ ਸੁਣਾना ਚਾहनी हूँ। पश्तून्स है ना, हाँ जी, वो अपने बच्चे को फर्स्ट लैंग्वेज के तौर पर पश्तो सिखाते हैं। हाँ जी, हाँ जी। तो हम पंजाबी क्यों नहीं सिखाते? ये मैं सोचूंगी घर जाके, पता नहीं क्यों नहीं सिखाते। कौन सी ऐसी सिचुएशन होती है जिसमें आप पंजाबी मुंह से निकल जाते? जब कभी इस तरह हो कि जैसे किसी वर्कशॉप पे जाना पड़ जाए या कोई किसी ऐसे बंदे से आपका आमना सामना हो जिसको कि पंजाबी, जब आपको फील हो कि अगर आप उससे उर्दू में बात करेंगे, इंग्लिश तो खैर ऑफ कोर्स नॉट, लेकिन अगर उर्दू में बात करेंगे तो ही विल नॉट प्रॉबली टेक यू सीरियसली। तो फिर ये होता है कि आप पंजाबी में बात करोगे तो वो बंदा आपको
सीरियसली ज़रा लेगा और मतलब थोड़ा हार्श होकर, प्रॉबली पंजाबी का मतलब है थोड़ा हार्श होकर बात। शायद तो वैसे पंजाबी समझ आ जाती है, जी बोल लेते हैं? हाँ जी। कहाँ किन मौके पे बोलते हैं पंजाबी? जब गुस्सा चढ़ता है तब, जब कोई ऐसी क्लास होती है जो नहीं बात कर पाती पंजाबी में, तो उनके साथ बात करते हैं, बस। वैसे जनरली घर में नहीं। एग्जैक्टली। बच्चियां दराल पंजाबी बोलना पसंद करोगे या उर्दू? पंजाबी नहीं, मैं बोलूँगा उर्दू और फ़ारसी। फ़ारसी क्योंकि मेरी वाइफ को आती है तो वो उनको सिखाएंगे इंशाल्लाह। पंजाबी नहीं बोलते? पंजाबी नहीं बोलेंगे। अब मुझे ये नहीं पता कि हम कहाँ से हैं, लेकिन वैसे हम जट हैं। लेकिन आई थिंक यहीं के हैं। तो आप जट हैं, उर्दू बोलने वाले जट। उर्दू बोलने वाले जट, लेकिन पंजाबी आती है। ਜੀ ਨੈਣ ਸੁਖ ਸਾਹਿਬ, ਇਹ ਗੱਲ ਪੰਜਾਬੀ ਆਖ ਰਿਹਾ ਔਰ ਇਹ ਤੇ ਇੱਕ ਛੋਟਾ ਜਿਹਾ ਨਮੂਨਾ ਹੈ। ਮਤਲਬ ਇਹ ਕਦੋਂ ਇਹ ਵਜੂਦ ਵਿੱਚ ਆ ਗਈ ਹੈ ਗੱਲ ਕਿ ਇੱਕ ਅਜੀਬ ਤਰ੍ਹਾਂ ਦੀ ਅਪੋਲੋਜੀ ਹੈ ਕਿ ਜੀ ਅਸੀਂ ਇਸ ਮੁਲਕ ਦੀ ਸਾਲਮੀਅਤ ਵਾਸਤੇ ਆਪਣੀ ਮਾਂ ਬੋਲੀ ਦੀ ਕੁਰਬਾਨੀ ਦੇ ਦਿੱਤੀ। ਇਹ ਕੀ ਨੈਰੇਟਿਵ ਹੋਇਆ? ਇਹ ਤੇ ਇੰਝ ਹੈ ਕਿ ਉਹ ਜਿਹੜਾ ਕਹਿੰਦੇ ਵਨ ਨੇਸ਼ਨ ਵਨ ਕਲਚਰ ਵਨ ਲੈਂਗੁਏਜ, ਯਕਸਾਨੀਅਤ ਤੇ ਕਿਤੇ ਨਾ ਕਿਤੇ ਨੌ ਆਬਾਦੀਆਤੀ ਨਿਜ਼ਾਮ ਨੂੰ ਅਫਰਮ ਨਹੀਂ ਕਰਦੀ ਹੈ, ਕਿਉਂਕਿ ਉਹ ਤੇ ਡਾਈਵਰਸਿਟੀ ਤੇ ਪਲੂਰਲਿਜ਼ਮ ਦੀ ਵੈਰੀ ਰਹੀ ਹੈ ਹਮੇਸ਼ਾ ਤੋਂ। ਤੇ ਮੈਨੂੰ ਇੰਝ ਕਿਉਂ ਲੱਗਦਾ ਹੈ ਕਿ ਇੱਥੇ ਵੀ ਉਹੀ ਬਾਕੀਆਤ ਨੇ? ਵੇਖੋ, ਇਸ ਤਰ੍ਹਾਂ ਕਿ ਜਿਸ ਵਕਤ ਹੁਣ ਪਾਕਿਸਤਾਨ ਬਣ ਗਿਆ, ਹੁਣ ਪਾਕਿਸਤਾਨ ਦੇ ਵਿੱਚ ਇਹ ਦੱਸ ਦਿੱਤਾ ਗਿਆ ਕਿ ਹੁਣ ਸਾਡਾ ਕੌਮੀ ਸ਼ਾਇਰ ਕੌਣ ਹੈ? ਅਲਾਮਾ ਇਕਬਾਲ। ਜਿਸ ਵਕਤ ਅਲਾਮਾ ਇਕਬਾਲ ਸ਼ਾਇਰੀ ਕਰ ਰਿਹਾ ਸੀ, ਉਸੇ ਵਕਤ ਹੀ ਮੀਆਂ ਮੁਹੰਮਦ ਸ਼ਾਇਰੀ ਕਰ ਰਿਹਾ ਸੀ, ਸੈਫ ਅਲ ਮਲੂਕ ਲਿਖ ਰਿਹਾ ਸੀ, ਉਸੇ ਵਕਤ ਹੀ ਖਾਜਾ ਫਰੀਦ ਸ਼ਾਇਰੀ ਕਰ ਰਿਹਾ ਸੀ। ਉਹਨਾਂ ਨੂੰ ਉਸ ਤਰ੍ਹਾਂ ਸਾਡੀ ਸਟੇਟ ਨੇ ਨਹੀਂ ਪ੍ਰਮੋਟ ਕੀਤਾ। ਪ੍ਰਮੋਟ ਕਿਹਨੂੰ ਕੀਤਾ? ਅਲਾਮਾ ਇਕਬਾਲ। ਹੁਣ ਅਲਾਮਾ ਇਕਬਾਲ ਦੱਸ ਦਿੱਤਾ ਗਿਆ ਜੀ ਇਹ ਤੁਹਾਡਾ ਕੌਮੀ ਸ਼ਾਇਰ ਹੈ ਔਰ ਉਹਨੂੰ ਲਾਗੂ ਕਰ ਦਿੱਤਾ ਗਿਆ। ਅੱਛਾ, ਫਿਰ ਕੌਮੀ ਤਰਾਨਾ ਲਿਖਣ ਦੀ ਵਾਰੀ ਆਈ। ਕੌਮੀ ਤਰਾਨਾ ਲਿਖਣ ਵਾਸਤੇ ਜਿਹੜੇ 300 ਤੋਂ ਵੱਧ ਤਰਾਨੇ ਆਏ, ਉਹਨਾਂ 'ਚੋਂ ਇੱਕ ਵੀ ਤਰਾਨਾ ਕਿਸੇ ਸਿੰਧੀ ਨੇ, ਕਿਸੇ ਬੰਗਾਲੀ ਨੇ, ਕਿਸੇ ਬਲੋਚ ਨੇ, ਕਿਸੇ ਪਠਾਨ ਨੇ ਨਹੀਂ ਲਿਖਿਆ। ਸਾਰੇ ਦੇ ਸਾਰੇ ਤਰਾਨੇ ਪੰਜਾਬ ਦੇ ਵਿੱਚ ਰਹਿਣ ਵਾਲੇ ਲੋਕਾਂ ਨੇ ਲਿਖੇ। ਪਹਿਲੇ ਨੰਬਰ 'ਤੇ ਹਫੀਜ਼ ਜਲੰਧਰੀ ਦਾ ਆ ਗਿਆ, ਫਿਰ ਉਸ ਤੋਂ ਬਾਅਦ ਉਪਿੰਦਰ ਉਹ ਜਿਹੜਾ ਸੀ ਇੱਕ ਜਗਨਨਾਥ ਆਜ਼ਾਦ ਦਾ, ਇੱਕ ਹਕੀਮ ਅਹਿਮਦ ਸ਼ਹਜ਼ਾਦ ਦਾ, ਇਹਨਾਂ ਦੇ 3 ਪਹਿਲੇ ਨੰਬਰ 'ਤੇ ਹਫੀਜ਼ ਜਲੰਧਰੀ ਦਾ ਜਿਹੜਾ ਤਰਾਨਾ ਆ ਗਿਆ। ਅਤੇ ਤੁਸੀਂ ਇੱਥੋਂ ਹੀ ਅੰਦਾਜ਼ਾ ਲਾ ਲਵੋ ਕਿ ਪੰਜਾਬ ਦੀ ਬੋਲੀ ਬਣ ਗਈ। ਨਾ ਸਿੰਧੀਆਂ ਦੀ ਬਣੀ, ਨਾ ਬਲੋਚੀਆਂ ਦੀ ਬਣੀ, ਨਾ ਪਠਾਣਾਂ ਦੀ ਬਣੀ, ਨਾ ਬੰਗਾਲੀਆਂ ਨੇ। ਤੇ ਬਲਕਿ ਬਹੁਤ ਵੱਡਾ ਵੱਖਰਿਆਂ ਹੋਣ ਦਾ ਜਿਹੜਾ ਸੀ ਮੁੱਦਾ ਹੀ ਇਹ ਸੀ ਕਿ ਬਈ ਤੁਸੀਂ ਸਾਡੀ ਜ਼ੁਬਾਨ ਨੂੰ ਨਹੀਂ ਮੰਨ ਰਹੇ, ਅਸੀਂ ਤੁਹਾਡੇ ਤੋਂ ਵੱਖਰਿਆਂ ਹੋ ਜਾਵਾਂਗੇ। ਅੱਜ ਵੀ ਅਸੀਂ ਨਹੀਂ ਮੰਨ ਰਹੇ। ਔਰ ਅਸੀਂ ਹਮੇਸ਼ਾ ਇਹ ਜਿਹੜੇ ਲੋਕਾਂ ਨੇ ਕਿਹਾ ਤੁਹਾਨੂੰ ਕਿ ਅਸੀਂ ਸੈਕਰੀਫਾਈਸ ਕਰਕੇ, ਆਪਣੀ ਮਾਂ ਬੋਲੀ ਦੀ ਸੈਕਰੀਫਾਈਸ ਕਰਕੇ, ਉਹ ਗਲਤ ਕਹਿ ਰਹੇ ਨੇ ਬਈ ਤੁਸੀਂ ਤਾਂ ਉਹਨੂੰ ਮੰਨ ਹੀ ਨਹੀਂ ਰਹੇ ਜ਼ੁਬਾਨ ਨੂੰ। ਸੈਕਰੀਫਾਈਸ ਤੁਸੀਂ ਕੀ ਸੈਕਰੀਫਾਈਸ ਉਸ ਵੇਲੇ ਕਰੋਗੇ ਤੁਹਾਡੇ ਅੰਦਰ ਦੁੱਖ ਹੋਵੇ ਬਈ ਮੈਂ ਪਾਕਿਸਤਾਨ ਦੇ ਵਾਸਤੇ ਬਈ ਆਪਣੀ ਮਾਂ ਬੋਲੀ ਨੂੰ ਛੱਡ ਰਿਹਾ ਜਿਹਦੇ ਨਾਲ ਮੈਨੂੰ ਬੜਾ ਪਿਆਰ ਹੈ। ਬਈ ਪਿਆਰ ਹੀ ਨਹੀਂ। ਸੈਕਰੀਫਾਈਸ ਤਾਂ ਤੁਸੀਂ ਤਾਂ ਕਰੋ ਨਾ ਕਿ ਤੁਸੀਂ ਅਗਰ ਉਸ ਜ਼ੁਬਾਨ ਨਾਲ ਤੁਸੀਂ ਤਾਂ ਜੁੜੇ ਹੀ ਨਹੀਂ ਉਸ ਜ਼ੁਬਾਨ ਦੇ ਨਾਲ, ਤੁਸੀਂ ਤਾਂ ਬੜੀ ਜਲਦੀ ਫੈਸਲਾ ਕਰ ਲਿਆ ਬਈ ਹੁਣ ਅੱਗੇ ਵਧਣ ਵਾਸਤੇ ਅਗਰ ਮੈਂ ਪੇਂਡੂ ਨਾ ਲੱਗਾ, ਮੈਂ ਬੈਕਵਰਡ ਨਾ ਲੱਗਾ ਤੇ ਮੈਂ ਉਰਦੂ ਬੋਲਾਂਗਾ। ਤੁਸੀਂ ਬਹੁਤ ਸਾਰੇ ਥਾਵਾਂ 'ਤੇ ਦੇਖਿਆ ਕਿ ਜਦੋਂ ਤੁਸੀਂ ਉਹਨਾਂ ਲੋਕਾਂ ਵੱਲ ਥੋੜ੍ਹਾ ਧਿਆਨ ਦਿੰਦੇ ਹੋ ਤਾਂ ਪੰਜਾਬੀ ਬੋਲਦੇ ਇੱਕਦਮ ਉਰਦੂ 'ਚ ਆ ਜਾਂਦੇ ਨੇ ਕਿ ਸਾਨੂੰ ਇਹ ਕੀ ਕਹਿਣਗੇ, ਅਸੀਂ ਤਾਂ ਬੜੇ ਕੋਈ ਉਹ ਜੱਟ ਗੰਵਾਰ ਔਰ ਪੇਂਡੂ ਜਿਹੇ ਲੋਕ। ਨੈਣ ਸੁਖ ਸਾਹਿਬ, ਕਿਤੇ ਇੰਝ ਤੇ ਨਹੀਂ ਹੈ ਕਿ ਜਦੋਂ ਸਟੇਟ ਲੈਂਗੁਏਜ ਡਿਕਲੇਅਰ ਹੋ ਰਹੀ ਸੀ ਪਾਕਿਸਤਾਨ ਦੀ ਉਰਦੂ, ਤੇ ਪੰਜਾਬ ਦੇ ਵਿੱਚ ਇੱਕ ਤਬਕਾ ਜਿਹਨੇ ਸੋਚਿਆ ਕਿ ਵਸਾਇਲ ਦੇ ਵਿੱਚ ਹਿੱਸੇਦਾਰੀ ਵਾਸਤੇ ਵੀ, ਇੱਕ ਵੱਡਾ ਸ਼ੇਅਰ ਲੈਣ ਵਾਸਤੇ ਵੀ ਤੁਹਾਨੂੰ ਉਰਦੂ ਨੂੰ ਅਪਣਾਉਣਾ ਪਏਗਾ, ਉਰਦੂ ਨੂੰ ਜੱਫਾ ਪਾਉਣਾ ਹੈ, ਆਪਣੀ ਮਾਂ ਬੋਲੀ ਨੂੰ ਥੋੜ੍ਹਾ ਪਿੱਛੇ ਰੱਖਣਾ ਹੈ ਅੱਗੇ ਵਧਣ ਲਈ, ਕਰੀਅਰ ਅਪਰਚੂਨਿਟੀਜ਼ ਤੇ ਦੂਸਰੇ ਮਾਮਲਾਤ ਜਿਹੜੇ ਨੇ। ਤੇ ਕਿਆ ਪਾਕਿਸਤਾਨ ਬਣਨ ਤੋਂ ਬਾਅਦ ਜਦੋਂ ਪੰਜਾਬ ਦੇ ਇੱਕ ਤਬਕੇ ਨੇ ਸੋਚ ਲਿਆ ਕਿ ਵਸਾਇਲ 'ਚ ਆਪਣਾ ਵੱਡਾ ਹਿੱਸਾ ਲੈਣਾ ਹੈ, ਵੱਡਾ ਸ਼ੇਅਰ ਲੈਣਾ ਹੈ, ਤੇ ਫਿਰ ਜ਼ੁਬਾਨ ਦੇ ਨਾਲ ਜੁੜਤ ਜ਼ਰੂਰੀ ਸੀ, ਉਹ ਸਟੇਟ ਲੈਂਗੁਏਜ ਜੋ ਡਿਕਲੇਅਰ ਹੋ ਗਈ? ਦੇਖੋ, ਜਿਹੜੀ ਨਾ ਬੰਗਾਲੀ ਔਰ ਸਿੰਧੀ, ਇਹਨਾਂ ਦੋਵਾਂ ਜ਼ੁਬਾਨਾਂ ਵਾਸਤੇ ਅੰਗਰੇਜ਼ ਦੇ ਜ਼ਮਾਨੇ ਵਿੱਚ ਅੰਗਰੇਜ਼ਾਂ ਨੇ ਹੀ ਕੰਮ ਕੀਤਾ। ਔਰ ਜਿਸ ਵਕਤ ਅੰਗਰੇਜ਼ਾਂ ਨੇ ਉਹਨਾਂ ਜ਼ੁਬਾਨਾਂ ਵਾਸਤੇ ਕੰਮ ਕੀਤਾ, ਬੇਸਿਕ ਜਿਹੜਾ ਕੰਮ ਸੀ ਦੋਨਾਂ ਜ਼ੁਬਾਨਾਂ ਵਿੱਚ, ਜਿਹੜਾ ਸਕ੍ਰਿਪਟ ਵੀ ਜਿਹੜਾ ਸਿੰਧੀ ਦਾ, ਈਵਨ ਬੰਗਾਲੀ ਦਾ ਬਹੁਤ ਸਾਰਾ ਜਿਹੜਾ ਕੰਮ ਸੀ ਅੰਗਰੇਜ਼ ਦੇ ਜ਼ਮਾਨੇ ਦੇ ਵਿੱਚ ਹੀ। ਬੇਸ਼ੱਕ ਉਹਨਾਂ ਦੇ ਸੂਝਵਾਨ ਜਿਹੜੇ ਸਨ, ਜਿਹੜੇ ਜ਼ੁਬਾਨ ਵਾਸਤੇ ਕੰਮ ਕਰ ਰਹੇ ਸਨ, ਉਹ ਨਾ ਰਲੇ ਹੋਣਗੇ, ਲੇਕਿਨ ਅੰਗਰੇਜ਼ਾਂ ਦੀ ਉਹਦੇ ਉੱਤੇ ਸਰਪ੍ਰਸਤੀ ਸੀ। ਲੇਕਿਨ ਜਿਹੜੀ ਪੰਜਾਬੀਆਂ ਦੇ, ਮੈਂ ਕਹਿੰਦਾ ਨਾ ਬਾਰ-ਬਾਰ ਕਿ ਅਸੀਂ ਨਹੀਂ ਕੀਤਾ, ਜਿਹੜਾ ਸਾਡਾ ਇੱਕ ਰੋਲ ਬਣਦਾ ਸੀ
ਕਿ ਜਿਹੜੀ ਵੀ ਸਾਡੀ ਅਸ਼ਰਾਫੀਆ ਜਾਂ ਹਾਕਮ ਟਾਬਰੀ ਬਣੀ, ਜਿੰਨੇ ਕੁਝ ਕਰਨਾ ਸੀ, ਆਮ ਬੰਦੇ ਨੇ ਤਾਂ ਨਹੀਂ ਕਰਨਾ ਹੁੰਦਾ ਨਾ, ਫੈਸਲੇ ਤਾਂ ਉੱਤੇ ਹੀ ਹੁੰਦੇ ਨੇ, ਅਸੈਂਬਲੀਆਂ ਦੇ ਵਿੱਚ ਹੁੰਦੇ ਨੇ ਜਾਂ ਦਰਬਾਰਾਂ ਸਰਕਾਰਾਂ ਦੇ ਵਿੱਚ ਹੁੰਦੇ ਨੇ। ਤੇ ਉੱਥੇ ਜਿਹੜੇ ਲੋਕ ਬੈਠੇ ਸਨ, ਬੇਸ਼ੱਕ ਅੰਗਰੇਜ਼ ਨੇ ਨਹੀਂ ਕੋਸ਼ਿਸ਼ ਕੀਤੀ ਸਾਡੀ ਪੰਜਾਬੀ ਜ਼ੁਬਾਨ ਵਾਸਤੇ, ਉਹਨਾਂ ਨੇ ਵੀ ਨਹੀਂ ਕੋਸ਼ਿਸ਼ ਕੀਤੀ। ਜਿੰਨੀ ਸਾਡੀ ਹਾਕਮ ਲੋਕ ਸਨ, ਉਹਨਾਂ ਵਿੱਚੋਂ ਕਿਸੇ ਵੀ ਨਹੀਂ ਕੋਸ਼ਿਸ਼ ਕੀਤੀ। ਠੀਕ ਹੈ, ਅੰਗਰੇਜ਼ ਤੇ ਚਲਾ ਗਿਆ। ਹੁਣ ਅਗਰ ਉਸ ਚੈਪਟਰ ਨੂੰ ਕੁਝ ਦੇਰ ਲਈ ਅਸੀਂ ਭੁੱਲ ਕੇ ਇਹਨਾਂ 70 ਸਾਲਾਂ ਦੀ ਗੱਲ ਕਰੀਏ, ਇਹਨਾਂ 70 ਸਾਲਾਂ ਦੇ ਵਿੱਚ ਪੰਜਾਬ ਤੋਂ ਕੋਈ ਐਸੀ ਤਹਿਰੀਕ, ਕੋਈ ਐਸੀ ਗੱਲ, ਕੋਈ ਐਸਾ ਤਬਕਾ ਜਿਹੜਾ ਕਿ ਆਪਣੀ ਜ਼ੁਬਾਨ ਲਈ ਉੱਠਿਆ ਹੋਏ ਕਿਤੇ ਨਜ਼ਰ ਆਂਦਾ ਹੈ? ਅੰਗਰੇਜ਼ ਚਲਾ ਗਿਆ ਨਾ, ਤੇ ਪਿੱਛੇ ਆਪਣੇ ਛੱਡ ਗਿਆ ਬੱਚੇ ਜਿਹੜੇ ਸਨ ਸਾਡੇ ਹੁਕੂਮਤ ਕਰ ਰਹੇ ਸਨ, ਉਹ ਤੇ ਉਹੀ ਲੋਕ ਰਹੇ ਜਿਹੜੇ ਉਹਨਾਂ ਨੇ ਉਹੀ ਪਾਲਿਸੀਆਂ ਜਿਹੜੀਆਂ ਸਨ ਮੁਖਤਲਿਫ ਥਾਵਾਂ ਦੇ ਉੱਤੇ ਉਸੇ ਤਰ੍ਹਾਂ ਹੀ ਰਹੀਆਂ। ਬਾਕੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਕਿਆ ਕੋਈ ਕੋਸ਼ਿਸ਼ ਤੇ ਹੋਈ, ਮਤਲਬ ਅਸੀਂ ਵੇਖਦੇ ਹਾਂ ਕਿ ਡਾਕਟਰ ਫਕੀਰ ਮੁਹੰਮਦ ਫਕੀਰ ਸੀ, ਅਬਦੁਲ ਮਜੀਦ ਸਾਲਕ ਸੀ, ਇਹਨਾਂ ਲੋਕਾਂ ਨੇ ਕੁਝ ਕੋਸ਼ਿਸ਼ ਕੀਤੀ। ਇੱਕ ਪੰਜਾਬੀ ਮਜਲਿਸ ਬਣੀ, ਫਿਰ ਮਜਲਿਸ ਸ਼ਾਹ ਹੁਸੈਨ ਬਣੀ, ਸ਼ਾਹ ਹੁਸੈਨ ਕਾਲਜ ਬਣਿਆ, ਪੰਜਾਬੀ ਅਦਬੀ ਸੰਗਤ ਬਣੀ। ਪਰ ਇਹ ਸਾਰੇ ਲੋਕ ਉਹ ਸਨ ਜਿਹੜੇ ਰਾਈਟਰ ਸਨ, ਲਿਖਾਰੀ ਸਨ, ਜਿਨ੍ਹਾਂ ਦੇ ਹੱਥ ਵਿੱਚ ਫੈਸਲਾ ਨਹੀਂ। ਜਿਹੜਾ ਫੈਸਲਾ ਕਰਨ ਵਾਲਾ ਬੰਦਾ ਹੈ, ਜਿਹੜਾ ਅਸੈਂਬਲੀ ਦੇ ਵਿੱਚ ਬੋਲਣ ਵਾਲਾ ਬੰਦਾ ਹੈ, ਜਿਹੜਾ ਲੋਕਾਂ ਕੋਲ ਵੋਟ ਲੈ ਕੇ ਉੱਤੇ ਜਾਂਦਾ ਹੈ ਉਹਨਾਂ ਵੱਲੋਂ, ਉਹਨਾਂ ਵਿੱਚੋਂ ਸਾਨੂੰ ਕੋਈ ਆਵਾਜ਼ ਏਡੀ ਵੱਡੀ ਨਜ਼ਰ ਨਹੀਂ ਆਉਂਦੀ ਕਿ ਅਸੀਂ ਕਹਿ ਸਕੀਏ ਬਈ ਪੰਜਾਬ ਦੇ ਲੋਕਾਂ ਨੇ ਜਿਨ੍ਹਾਂ ਨੂੰ ਵੋਟਾਂ ਪਾ ਕੇ ਉੱਤੇ ਆਪਣਾ ਹਾਕਮ ਬਣਾਇਆ, ਉਹਨਾਂ ਵਿੱਚੋਂ ਕਿਸੇ ਨੇ ਕੋਸ਼ਿਸ਼ ਕੀਤੀ ਜਿਨ੍ਹਾਂ ਨੇ ਫੈਸਲੇ ਕਰਨੇ ਸਨ। ਲਿਖਾਰੀਆਂ ਦੇ ਲੈਵਲ ਦੇ ਉੱਤੇ ਬਹੁਤ ਗੱਲ ਹੁੰਦੀ ਹੀ ਰਹੀ, ਬਹੁਤ ਸਾਰੇ ਮੈਂ ਨਾਂ ਗਿਣਵਾ ਸਕਣਾ ਜਿਨ੍ਹਾਂ ਲੋਕਾਂ ਨੇ ਪੰਜਾਬੀ ਵਾਸਤੇ ਕੰਮ ਕੀਤਾ, ਛੋਟੇ ਛੋਟੇ ਜਲੂਸ ਵੀ ਨਿਕਲੇ। ਲੇਕਿਨ ਬਹੁਤ ਵੱਡੇ ਪੱਧਰ ਦੇ ਉੱਤੇ ਤੇ ਲੋਕੀ ਉਸੇ ਵੇਲੇ ਹੀ ਰਲਦੇ ਨੇ ਜਿਸ ਵਕਤ ਤੁਹਾਡੇ ਉੱਤੇ ਜਿਹੜੇ ਲੋਕ ਨੇ ਹਾਕਮ, ਉਹ ਤੁਹਾਡੇ ਨਾਲ ਜੁੜਦੇ ਨੇ। ਫਿਰ ਹੀ ਉਹ ਜਿਹੜੇ ਆਪਣੇ ਮਫਾਦਾਤ ਤੋਂ ਵੱਖ ਹੋ ਕੇ ਵੀ ਸੋਚਣ। ਹਾਂ, ਨਹੀਂ ਉਹ ਨਹੀਂ ਕੋਈ ਐਸਾ ਨਹੀਂ ਬੰਦਾ ਸਾਨੂੰ ਨਜ਼ਰ ਨਹੀਂ ਆਉਂਦਾ ਸਾਡੀ ਪੋਲੀਟਿਕਸ ਦੇ ਵਿੱਚ। ਉਹ ਬੰਦਾ ਸਾਡੀਆਂ ਸਾਰੀਆਂ ਜਿਹੜੀਆਂ ਨੇ ਜਮਾਤਾਂ, ਉਹਨਾਂ ਦੀ ਤੁਸੀਂ ਦੇਖੋ ਨਾ, ਪੰਜਾਬ ਦੀ ਜਿਹੜੀ ਲੀਡਰਸ਼ਿਪ ਹੈ, ਕਦੀ ਤੁਸੀਂ ਇਹ ਜਿਹੜੇ ਸਵਾਲ ਤੁਸੀਂ ਆਮ ਲੋਕਾਂ ਕੋਲ ਪੁੱਛਦੇ ਰਹੇ ਹੋ, ਅਗਰ ਉਹਨਾਂ ਕੋਲ ਵੀ ਪੁੱਛੋ ਨਾ, ਤਾਂ ਉਹ ਵੀ ਤੁਹਾਨੂੰ ਇਹੀ ਜਵਾਬ ਦੇਣਗੇ। ਪੰਜਾਬ ਦੀ ਲੀਡਰਸ਼ਿਪ ਭਾਵੇਂ ਪੀਪਲਸ ਪਾਰਟੀ ਦੀ ਹੈ, ਭਾਵੇਂ ਮੁਸਲਿਮ ਲੀਗ ਦੀ ਹੈ, ਭਾਵੇਂ ਤਰੀਕੇ ਇਨਸਾਫ ਦੀ ਹੈ, ਜਾਂ ਕਿਸੇ ਹੋਰ ਵੀ ਪਾਰਟੀ ਦੀ, ਇਵਨ ਲੈਫਟ ਦੀ ਵੀ ਕੋਈ ਪਾਰਟੀ ਹੋਵੇ, ਤੇ ਉਹ ਵੀ ਤੁਹਾਨੂੰ ਇੰਝ ਦੇ ਕਰਨਗੇ। ਜ਼ੁਬਾਨ ਉਹਨਾਂ ਵਾਸਤੇ ਕੋਈ ਐਡਾ ਹੈ ਹੀ ਨਹੀਂ ਕਿ ਜ਼ੁਬਾਨ ਨਹੀਂ। ਉਹ ਤੇ ਗੱਲ ਇਹ ਕਰ ਦਿੰਦੇ ਨੇ ਨਾ ਕਿ ਦੇਖੇ मुल्क जोड़ कर रखना है और एक बड़े कॉज के लिए आप ये कुर्बानी दें। और मैनू मतलब कि क्या सिंधी बोलन वाला या पश्तो बोलन वाला या बलोचिस्तान च रहन वाला, क्या ਉਹਨਾਂ ਨੂੰ ਨਹੀਂ ਇਸ ਮਾਮਲੇ ਦਾ, ਉਹ ਆਪਣੀ ਮਾਂ ਬੋਲੀ ਨੂੰ ਅਪਣਾ ਕੇ ਰੱਖਦੇ ਨੇ, ਉਹ ਬੱਚੇ ਦੀ ਫਸਟ ਲੈਂਗੁਏਜ ਜਿਹੜੀ ਹੈ ਉਹ ਆਪਣੀ ਉਸੇ ਜ਼ੁਬਾਨ ਨੂੰ ਬਣਾਉਂਦੇ ਨੇ। ਸਾਡੇ ਇੱਥੇ ਬੱਚੇ ਦੀ ਫਸਟ ਲੈਂਗੁਏਜ ਜਿਹੜੀ ਹੈ ਉਹ ਪੰਜਾਬੀ ਨਹੀਂ ਹੈ। ਦੇਖੋ, ਜਿਸ ਵਕਤ ਪੰਜਾਬੀ ਆਪਣੀ ਮਾਂ ਬੋਲੀ ਵਾਸਤੇ ਨਹੀਂ ਬੋਲਦਾ ਨਾ, ਤੇ ਇਹੋ ਹੀ ਉਹਨਾਂ ਨੂੰ ਸ਼ੱਕ ਪੈਂਦਾ ਹੈ ਪਠਾਣਾਂ ਨੂੰ, ਬਲੋਚਾਂ ਨੂੰ, ਸਿੰਧੀਆਂ ਨੂੰ, ਭਈ ਇਹਨਾਂ ਦਾ ਇਸ਼ੂ ਹੀ ਨਹੀਂ। ਇਹਨਾਂ ਦਾ ਤੇ ਇਸ਼ੂ ਇਹੀ ਤੇ ਇੱਕ ਗੱਲ ਦੀ ਵਜ੍ਹਾ ਵੀ ਬਣਦੀ ਹੈ ਬਈ ਤੁਹਾਡੀ ਜ਼ੁਬਾਨ ਖੋਲ੍ਹੀ ਗਈ ਪਾਕਿਸਤਾਨ ਦੇ ਵਿੱਚ, ਪੰਜਾਬੀਆਂ ਕੋਲੋਂ ਉਹਨਾਂ ਦੀ ਜ਼ੁਬਾਨ ਖੋਈ ਗਈ ਜਾਂ ਆਪ ਛੱਡੀ ਗਈ? ਨਹੀਂ ਪਹਿਲਾਂ ਖੋਈ ਗਈ। ਹੁਣ ਅੱਜ ਤੇ ਵੇਖੋ ਨਾ, ਜਿਹੜੇ ਤੁਸੀਂ ਲੋਕਾਂ ਕੋਲ ਆਮ ਪੁੱਛ ਰਹੇ, ਉਹ ਲੋਕਾਂ ਤੱਕ ਚਲੀ ਗਈ ਨਾ ਗੱਲ। ਉਹਦਾ ਇੱਕ ਟ੍ਰਿਕਲ ਡਾਊਨ ਇਫੈਕਟ ਹੋਇਆ, ਜਿਹੜੀ ਉੱਤੇ ਫੈਸ਼ਨ ਦੇ ਤੌਰ ਦੇ ਉੱਤੇ ਕਿਹਾ ਗਿਆ ਵੀ ਇਹ ਹੀ ਜ਼ੁਬਾਨ ਤੁਹਾਨੂੰ ਅੱਗੇ ਵਧਣ ਦੀ ਹੈ, ਉਹ ਸਵੀਪਰ ਤੱਕ ਪਹੁੰਚ ਗਈ। ਹੁਣ ਸਵੀਪਰ ਜਿਹੜਾ ਹੈ ਉਹਨੂੰ ਸਮਝ ਰਹੇ ਨੇ ਬਹੁਤ ਸਾਰੇ ਪੰਜਾਬੀ ਕਿ ਨਹੀਂ ਜੀ, ਹਾਲਾਂਕਿ ਇਹ ਛੋਟੇ ਲੋਕ ਜਿਹੜੇ ਜਿਨ੍ਹਾਂ ਨੂੰ ਅਸੀਂ ਸਮਾਜ ਦੇ ਹਿਸਾਬ ਨਾਲ ਸਮਝਦੇ, ਉਹ ਬੋਲ ਰਹੇ ਨੇ ਪੰਜਾਬੀ, ਬਈ ਉਹ ਵੀ ਨਹੀਂ ਬੋਲਣਗੇ, ਐਸਾ ਉਹ ਵੀ ਆਪਣੀ ਜ਼ੁਬਾਨ ਛੱਡ ਜਾਣਗੇ, ਤਾਂ ਫਿਰ ਕੌਣ ਰਹੇਗਾ? ਤੇ ਪੰਜਾਬ ਨੂੰ ਜਿਹੜੀ ਦੂਸਰੇ ਇਲਾਕਿਆਂ ਦੇ ਵਿੱਚ ਗਾਲ ਵੀ ਪੈਂਦੀ ਹੈ ਨਾ ਕਿ ਪੰਜਾਬ ਦਾ ਇੱਕ ਹੱਕ ਐਡਾ ਵੱਡਾ ਖੁੱਸ ਗਿਆ, ਜਾਂ ਜੋ ਕੁਝ ਵੀ ਉਹਦੇ ਨਾਲ ਹੋਇਆ, ਉਹ ਆਵਾਜ਼ ਹੀ ਨਹੀਂ ਚੁੱਕ ਰਿਹਾ। ਜਿਸ ਵਕਤ ਆਵਾਜ਼ ਨਹੀਂ ਚੁੱਕਦਾ ਤਾਂ ਉਹ ਕਹਿੰਦੇ ਨੇ ਇਹਦਾ ਮਤਲਬ ਇਹ ਰਲਿਆ, ਇਹ ਜ਼ੁਬਾਨਾਂ ਦਾ ਕਾਤਲ ਜਿਹੜਾ ਹੈ ਪੰਜਾਬ ਸੈਂਟਰ ਦੇ ਨਾਲ ਰਲ ਕੇ ਤੇ ਜ਼ੁਬਾਨਾਂ ਨੂੰ ਮਕਾਮੀਅਤ ਤੇ ਨੇਟਿਵ ਦੀ ਦੁਸ਼ਮਣੀ ਦੇ ਵਿੱਚ ਉਸ ਨੈਰੇਟਿਵ ਨੂੰ ਅਫਰਮ ਕਰ ਰਿਹਾ। ਹਾਂ ਬਿਲਕੁਲ। ਔਰ ਜਿਹੜਾ ਜ਼ੁਬਾਨ ਦੇ ਨਾਲ ਜੁੜਨ ਹੈ, ਇਹ ਪੂਰੇ ਵਸੇਬ ਦੇ ਨਾਲ ਜੁੜਨ ਹੈ। ਮਤਲਬ ਜ਼ੁਬਾਨ ਤੇ ਫਿਰ ਜਦੋਂ ਜ਼ੁਬਾਨ ਮਰਦੀ ਹੈ, ਤੁਹਾਡੇ ਜਦੋਂ ਲਫ਼ਜ਼ ਮਰਦੇ ਨੇ, ਤਾਂ ਆਟੋਮੈਟਿਕਲੀ ਤੁਹਾਡਾ ਵਸੇਬ ਉਹਦੇ ਵਿੱਚ ਮਰ ਰਿਹਾ ਹੁੰਦਾ ਤੇ ਕਲਚਰ ਵੀ ਉਹੀ, ਮਤਲਬ ਕਲਚਰ ਤੁਹਾਡਾ ਸਭ ਕੁਝ ਮਰ ਰਿਹਾ। ਅਸੀਂ ਉਹਦੇ ਤੇ ਬੋਲ ਨਹੀਂ ਰਹੇ। ਜਦੋਂ ਬੋਲ ਨਹੀਂ ਰਹੇ ਤੇ ਫਿਰ ਸਾਨੂੰ ਉਹੀ ਕਹਿਣਗੇ ਭਈ ਇਹ ਤੇ ਸ਼ਾਇਦ ਇਹਨਾਂ ਦਾ ਤਾਂ ਇਸ਼ੂ ਹੀ ਨਹੀਂ, ਔਰ ਸ਼ਾਇਦ ਪੰਜਾਬ ਦਾ ਇਸ਼ੂ ਹੈ ਹੀ ਨਹੀਂ। ਤੇ ਫਿਰ ਗੱਲ ਤੇ ਇਹੀ ਮੁੱਕੀ ਕਿ ਪੰਜਾਬ ਦਾ ਆਪਣਾ ਫੈਸਲਾ ਹੈ ਔਰ ਪੰਜਾਬ ਦਾ ਮਸਲਾ ਹੀ ਨਹੀਂ ਹੈ। ਪੰਜਾਬੀ ਉਹ ਪੰਜਾਬੀ ਕਿ ਜਿਹਦਾ ਸ਼ਜਰਾ ਪੰਜਾਬ ਨਾਲ ਨਹੀਂ, ਉਹਨੂੰ ਇਸ ਗੱਲ ਦੇ ਉੱਤੇ ਮਾਣ ਹੈ ਕਿ ਮੈਂ ਪੰਜਾਬ ਦਾ ਨਹੀਂ, ਮੈਂ ਅਰਬ ਹਾਂ, ਮੈਂ ਅਫਗਾਨ ਹਾਂ, ਮੈਂ ਇਰਾਨੀ ਹਾਂ।
ਜਿਸ ਉਸ ਧਰਤੀ ਦੇ ਨਾਲ ਨਹੀਂ ਜੁੜ ਰਿਹਾ। ਮੈਂ ਸਿਰਫ ਸੈਯਦਾਂ ਦੀ ਜਾਂ ਪਠਾਣਾਂ ਦੀ ਜਾਂ ਬਲੋਚਾਂ ਦੀ ਜਾਂ ਮੈਂ ਉਹਨਾਂ ਦੀ ਨਹੀਂ ਸਿਰਫ ਗੱਲ ਕਰ ਰਿਹਾ, ਮੈਂ ਉਹਨਾਂ ਦੀ ਵੀ ਗੱਲ ਕਰ ਰਿਹਾ ਜਿਹੜੇ ਆਪਣੇ ਆਪ ਨੂੰ ਰਾਜਪੂਤ ਔਰ ਉਹ ਕਹਿੰਦੇ ਨੇ, ਉਹਨਾਂ ਦਾ ਵੀ ਜਿਹੜਾ ਸ਼ਜਰਾ ਪੰਜਾਬ ਨਾਲ ਨਹੀਂ, ਉਹ ਵੀ ਰਾਜਸਥਾਨ ਔਰ ਰਾਜਾ ਕਰਨ ਦੇ ਨਾਲ ਜੋੜਦੇ ਨੇ, ਉਹ ਵੀ ਪੰਜਾਬ ਦੀ ਧਰਤੀ ਨਾਲ ਨਹੀਂ ਜੋੜਦੇ। ਇਸ ਵਾਸਤੇ ਜਿਨ੍ਹਾਂ ਨੂੰ ਅਸੀਂ ਸਮਝ ਰਹੇ ਹੁੰਦੇ ਹਾਂ ਕਈ ਦਫਾ ਬਈ ਨਹੀਂ ਇਹ ਲੋਕ, ਤੇ ਉਹਨਾਂ ਦਾ ਵੀ ਜਿਹੜਾ ਮਾਣ ਹੈ ਨਾ ਉਹ ਇਹ ਹੀ ਹੈ, ਨਹੀਂ ਜੀ ਅਸੀਂ ਤਾਂ ਪਿੱਛੋਂ ਉੱਥੋਂ ਦੇ, ਅਸੀਂ ਤਾਂ ਇੱਥੋਂ ਦੇ ਨਹੀਂ ਪੰਜਾਬ ਦੇ। ਨੈਨਸੁਖ ਸਾਹਿਬ, ਆਖਰੀ 2 ਸਵਾਲ ਨੇ ਸਾਡਾ, ਤੇ ਵਜ਼ੀਰ ਆਜ਼ਮ ਵੀ ਕਹਿ ਰਿਹਾ ਹੈ ਕਿ ਬੈਂਕਾਂ 'ਚ ਸ਼ਲਵਾਰ ਕਮੀਜ਼ ਪਾਓ ਤੇ ਉਰਦੂ ਬੋਲੋ ਤਾਂ ਕਿ ਆਉਣ ਵਾਲਾ ਜਿਹੜਾ ਆਮ ਸ਼ਹਿਰੀ ਹੈ ਉਹ ਖੌਫ ਤੇ ਹਿਚਕਚਾਹਟ ਦਾ ਸ਼ਿਕਾਰ ਨਾ ਹੋਵੇ। क्या ज़रूरी है कि उर्दू बोलने से ही खौफ की फ़िज़ा ख़त्म होगी? पंजाबी या सराइकी या पश्तो, अगर कस्टमर सर्विस की ही बात करनी है, अगर आपस में एक ताल्लुक़ की बात करनी है एक बैंकर की या किसी ब्यूरोक्रेट की एक आम शहरी के साथ, तो ਉਹਦੇ ਵਿੱਚ ਉਰਦੂ ਦਾ ਕੀ ਕੰਮ ਹੈ? ਸਿਰਫ ਉਰਦੂ ਦਾ? ਦੇਖੋ ਜਿਹੜੀ ਇਹ ਗੱਲ ਹੈ ਨਾ, ਬੈਂਕਾਂ ਨੇ ਇੱਕ ਵਾਰੀ ਇਹ ਸਰਵਿਸ ਪ੍ਰੋਵਾਈਡ ਕੀਤੀ ਕਿ ਤੁਸੀਂ ਕਿਸ ਜ਼ੁਬਾਨ ਦੇ ਵਿੱਚ ਇਨਫੋਰਮੇਸ਼ਨ ਲੈਣਾ ਚਾਹ ਰਹੇ ਹੋ, ਤੇ ਮੈਂ ਕਿਹਾ ਪੰਜਾਬੀ, ਮੈਂ ਕਿਹਾ ਪੰਜਾਬੀ 'ਚ, ਲੇਕਿਨ ਮੈਨੂੰ ਪੰਜਾਬੀ 'ਚ ਨਹੀਂ ਆਈ, ਮੈਨੂੰ ਅਗਲੀ ਵਾਰੀ ਵੀ ਜਿਹੜੀ ਇਨਫੋਰਮੇਸ਼ਨ ਪੰਜਾਬੀ ਵਿੱਚ ਨਹੀਂ ਆਈ। ਜੇ ਤੁਸੀਂ ਉਰਦੂ 'ਚ ਕਹਿੰਦੇ ਹੋ ਤਾਂ ਤੁਹਾਨੂੰ ਉਸ ਵਕਤ ਉਰਦੂ ਐਕਸੈਪਟ ਹੋ ਜਾਂਦੀ, ਕਿਉਂਕਿ ਇੱਕ ਸਟੇਟ ਲੈਵਲ ਦੇ ਉੱਤੇ ਖਾਸ ਤੌਰ 'ਤੇ ਪੰਜਾਬੀਆਂ ਦੇ ਵਿੱਚ ਇਹ ਹੋ ਗਿਆ ਹੈ। ਦੇਖੋ ਜਿਹੜਾ ਮੈਂ ਬਾਰ-ਬਾਰ ਕਹਿ ਰਿਹਾ ਨਾ ਕਿ ਜਿਹੜੀ ਮਾਂ ਬੋਲੀ ਉਹਦੇ ਨਾਲ ਜੁੜਨ ਦੇ ਨਾਲ ਹੀ ਤੁਹਾਡੀ ਨਿਜਾਤ ਹੈ। ਇਹ ਜਿਹੜੇ ਅੱਜ ਅਸੀਂ ਭੁਗਤ ਰਹੇ ਹਾਂ ਨਾ, ਤੁਸੀਂ ਸੂਫੀ ਵੀ ਉਹ ਬਣਾਏ ਜਿਹੜੇ ਬਾਦਸ਼ਾਹਾਂ ਦੇ ਨਾਲ ਰਲੇ। ਅਸੀਂ ਬਾਬੇ ਬੁੱਲੇ ਸ਼ਾਹ ਨੂੰ ਜਾਂ ਸ਼ਾਹ ਹੁਸੈਨ ਨੂੰ ਜਾਂ ਖਾਜਾ ਫਰੀਦ ਨੂੰ ਅਸੀਂ ਨਹੀਂ ਉਹਨਾਂ ਪ੍ਰਮੋਟ ਕਰਦੇ, ਅਸੀਂ ਸੂਫੀ ਵੀ ਉਹ ਹੁਣ ਪ੍ਰਮੋਟ ਕਰ ਰਹੇ ਹਾਂ। ਬਲਕਿ ਗਵਰਨਮੈਂਟ ਕਾਲਜ ਦੇ ਵਿੱਚ ਜਿਹੜਾ ਤਸੱਵੁਫ ਦਾ ਸੈਂਟਰ ਬਣਿਆ ਉਹ ਇੱਕ ਐਸੀ ਸੂਫੀ ਦੇ ਨਾਂ 'ਤੇ ਰੱਖਿਆ ਜਿਹੜੇ ਲੋਕ ਇੱਕ ਦੂਜੇ ਕੋਲ ਪੁੱਛਦੇ ਫਿਰਦੇ ਨੇ ਕਿ ਇਹ ਸ਼ਾਜ਼ਲੀ ਕੌਣ ਹੈ, ਇਹ ਟਰਕ ਹੈ ਕਿ ਅਰਬ ਹੈ, ਉਹ ਲੋਕ ਇੱਕ ਦੂਸਰੇ ਕੋਲ ਇਹ ਪੁੱਛ ਰਹੇ ਨੇ। ਅਸੀਂ ਜ਼ਬਾਨ ਤੋਂ ਜਿੰਨਾ ਦੂਰ ਹੁੰਦੇ ਜਾ ਰਹੇ ਹਾਂ, ਅਸੀਂ ਨਵੇਂ ਸ਼ੋਸ਼ੇ ਛੱਡ ਰਹੇ ਹਾਂ ਜੀ। ਹੁਣ ਸਲਵਾਰਾਂ ਪਾਵੋ, ਬੈਂਕਾਂ ਦੇ ਵਿੱਚ ਹੁਣ ਸਲਵਾਰਾਂ ਪਾਵੋ, ਤਸੱਵੁਫ ਵੀ ਜਿਹੜਾ ਹੁਣ ਉਹ ਇੰਝ ਦਾ ਪੜ੍ਹੋ। ਕੋਈ ਬਿਹਤਰੀ ਦੀ ਸੂਰਤ ਨਜ਼ਰ ਆਉਂਦੀ ਹੈ ਕਿ ਪੰਜਾਬੀ ਬੱਚੇ ਦੀ ਫਸਟ ਲੈਂਗੁਏਜ ਜਿਹੜੀ ਹੈ ਉਹ ਪੰਜਾਬੀ ਹੋਏ? ਵੇਖੋ ਜਦੋਂ ਅਸੀਂ ਮਾਂ ਬੋਲੀ ਦਾ ਲਫ਼ਜ਼ ਵਰਤਦੇ ਹਾਂ ਨਾ, ਤਾਂ ਮਾਂ ਬੋਲੀ ਦਾ ਇਹ ਮਤਲਬ ਨਹੀਂ ਹੁਣ ਆਉਣ ਵਾਲੇ ਦਿਨਾਂ 'ਚ ਅਗਰ ਸਾਰੀਆਂ ਮਾਵਾਂ ਉਰਦੂ ਸਪੀਕਿੰਗ ਹੀ ਹੋ ਜਾਣੀਆਂ ਤਾਂ ਫਿਰ ਅਸੀਂ ਕਹਾਂਗੇ ਜੀ ਹੁਣ ਸਾਡੀ ਮਾਂ ਬੋਲੀ ਨਹੀਂ ਰਹੀ ਪੰਜਾਬੀ। ਨਹੀਂ, ਇੰਝ ਨਹੀਂ ਹੁੰਦਾ। ਮਾਂ ਬੋਲੀ ਦਾ ਮਤਲਬ ਇਹ ਹੁੰਦਾ ਕਿ ਜਿਹੜੀ ਧਰਤੀ ਤੁਹਾਡੀ ਮਾਂ ਹੈ ਉਹਦੀ ਜਿਹੜੀ ਬੋਲੀ ਹੈ ਉਹ ਤੁਹਾਡੀ ਬੋਲੀ ਹੈ। ਇਸ ਧਰਤੀ ਦੀ ਬੋਲੀ, ਮੈਂ ਇਸ ਲਈ ਫਸਟ ਲੈਂਗੁਏਜ ਦੀ ਟਰਮ ਯੂਜ਼ ਕਰ ਰਹੀ। ਇਸ ਧਰਤੀ ਦੀ ਜਿਹੜੀ ਬੋਲੀ ਹੈ, ਜਿਹੜੀ ਫਸਟ ਲੈਂਗੁਏਜ ਹੈ ਇਸ ਧਰਤੀ ਦੀ, ਉਹੀ ਸਾਡੀ ਜ਼ੁਬਾਨ ਹੈ। ਬੇਸ਼ੱਕ ਸਾਰੀਆਂ ਮਾਵਾਂ ਉਰਦੂ ਬੋਲਣਾ ਸ਼ੁਰੂ ਕਰ ਦੇਣ, ਫਿਰ ਵੀ ਅਸੀਂ ਆਪਣੀ ਮਾਂ ਬੋਲੀ ਪੰਜਾਬੀ ਨੂੰ ਹੀ ਕਵਾਂਗੇ। ਜਿਹੜੀ ਤੁਸੀਂ ਕਿਹਾ ਬਿਹਤਰੀ ਦੀ ਸ਼ਕਲ, ਦੇਖੋ ਤੁਸੀਂ ਇਹ ਪ੍ਰੋਗਰਾਮ ਕਿਉਂ ਕਰ ਰਹੇ ਹੋ? ਤੁਹਾਡੇ ਅੰਦਰ ਕੁਝ ਆਇਆ ਨਾ, ਕੋਈ ਗੱਲ ਤੁਹਾਡੇ ਅੰਦਰ ਇੱਕ ਸਵਾਲ ਆਇਆ ਕਿ ਇਸ ਤਰ੍ਹਾਂ ਕਿਉਂ ਹੋ ਰਿਹਾ ਕਿ ਲੋਕ ਆਪਣੀ ਮਾਂ ਬੋਲੀ ਨੂੰ ਹੀਣਾ ਸਮਝ ਰਹੇ ਨੇ, ਉਹਨੂੰ ਘਟੀਆ ਸਮਝ ਰਹੇ ਨੇ, ਤੇ ਦੂਜੀ ਕਿਸੇ ਬੋਲੀ ਨੂੰ, ਉਰਦੂ ਜਿਹੜੀ ਕਿ ਪੂਰੇ ਪਾਕਿਸਤਾਨ ਦੇ ਕਿਸੇ ਇਲਾਕੇ ਦੀ ਵੀ ਜ਼ੁਬਾਨ ਨਹੀਂ, ਕਿਸੇ ਪਾਕਿਸਤਾਨ ਦੇ ਇਲਾਕੇ ਦੀ ਜ਼ੁਬਾਨ ਨਹੀਂ, ਉਹਨੂੰ ਇੱਕ ਨਾ ਪ੍ਰਮੋਟ ਕੀਤਾ ਜਾ ਰਿਹਾ ਔਰ ਲੋਕੀ ਉਹਦੇ ਵਿੱਚ ਜਿਹੜਾ ਨੇ ਇੰਪੋਜ਼ ਕੀਤਾ ਜਾ ਰਿਹਾ ਜਾਂ ਪ੍ਰਮੋਟ। ਹਾਲਾਂਕਿ ਦੇਖੋ ਉਰਦੂ ਵਾਲੇ ਵਾਸਤੇ ਵੀ ਕੋਈ ਬਹੁਤ ਸੋਹਣੇ ਦਿਨ ਨਹੀਂ ਆ ਰਹੇ, ਉਹ ਵੀ ਖਤਮ ਹੋਣੀ ਹੈ। ਅੰਗਰੇਜ਼ੀ ਨਹੀਂ ਹਾਵੀ ਤੇ ਅੰਗਰੇਜ਼ੀ ਹੀ ਹੋ ਰਹੀ ਅਲਟੀਮੇਟਲੀ। ਦੇਖੋ ਜਦੋਂ ਲਾਹੌਰ 'ਚ ਫੈਸਟੀਵਲ ਹੁੰਦਾ ਉਹ ਜਿਹੜਾ ਇੰਟਰਨੈਸ਼ਨਲ ਕੋਈ ਲਾਹੌਰ ਲਿਟਰੇਰੀ ਫੈਸਟੀਵਲ ਹੁੰਦਾ, ਤੇ ਉਹ ਤਾਂ ਬੇਸਿਕਲੀ ਅੰਗਰੇਜ਼ੀ ਵਾਸਤੇ ਹੋ ਰਿਹਾ। ਹੁਣ ਜਿਹੜੇ ਬੱਚਿਆਂ ਨੇ ਹੁਣ ਤੱਕ ਅਸੀਂ ਅੰਗਰੇਜ਼ੀ ਪਿਛਲੇ 30-40 ਸਾਲ ਉਹਨਾਂ ਨੂੰ ਜ਼ਬਰਦਸਤੀ ਪੜ੍ਹਾਉਂਦੇ ਰਹੇ ਹਾਂ, ਹੁਣ ਜਿਹੜਾ ਉਹਨਾਂ ਨੇ ਲਿਖਣਾ ਉਹਨਾਂ ਨੇ ਅੰਗਰੇਜ਼ੀ ਵਿੱਚ ਲਿਖਣਾ ਹੈ, ਤੇ ਉਹਦੇ ਵਾਸਤੇ ਫੈਸਟੀਵਲ ਤਿਆਰ ਹੋ ਗਏ ਨੇ ਕਿ ਹੁਣ ਇਹਨਾਂ ਨੂੰ ਫੈਸਟੀਵਲ ਦੇ ਵਿੱਚ ਉਹਨਾਂ ਨੂੰ ਪ੍ਰਮੋਟ ਕੀਤਾ ਜਾਏਗਾ। ਚੰਗੀ ਜਿਹੜੀ ਗੱਲ ਹੈ ਕਿ ਜਿਸ ਤਰ੍ਹਾਂ ਤੁਹਾਡੇ ਅੰਦਰ ਇੱਕ ਸਵਾਲ ਆਇਆ, ਤੁਸੀਂ ਬਹੁਤ ਸਾਰੇ ਲੋਕਾਂ ਨੂੰ ਜਾ ਕੇ ਪੁੱਛਿਆ, ਅਸੀਂ ਇੱਥੇ ਬੈਠੇ ਗੱਲ ਕਰ ਰਹੇ ਹਾਂ, ਬਹੁਤ ਸਾਰੇ ਲੋਕ ਇਸ ਤਰ੍ਹਾਂ ਮੁਖਤਲਿਫ ਥਾਵਾਂ 'ਤੇ ਗੱਲ ਕਰ ਰਹੇ ਨੇ, ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਜਾ ਰਹੀਆਂ ਨੇ ਜਿਹੜੀ ਇਸ ਇਸ਼ੂ ਨੂੰ ਆ ਰਹੇ। ਫਿਰ ਉਸ ਤੋਂ ਇਲਾਵਾ ਆਪਣੇ ਆਪ ਹੀ ਕੁਝ ਲੋਕਾਂ ਦੇ ਅੰਦਰ ਗੱਲ ਕਰਦਿਆਂ ਉਰਦੂ ਪੰਜਾਬੀ ਬੋਲਣ ਲੱਗ ਪੈਂਦੇ ਨੇ ਆਪਣੇ ਆਪ ਹੀ। ਸਿਰਫ ਇਹ ਨਹੀਂ, ਪਹਿਲਾਂ ਮੈਂ ਵੇਖਦਾ ਸੀ ਕਿ ਜਦੋਂ ਗਾਲ ਕੱਢਣ ਲੱਗਦੇ ਸਨ ਤੇ ਉਸ ਵੇਲੇ ਉਹ ਬੋਲਦੇ ਸਨ ਪੰਜਾਬੀ। ਹੁਣ ਮੈਂ ਕਈ ਥਾਵਾਂ 'ਤੇ ਦੇਖਿਆ ਕਿ ਬੱਚੇ ਬੋਲਦੇ ਇੱਕਦਮ ਵਿੱਚ ਪੰਜਾਬੀ ਦੀ ਕੁਝ ਬੋਲਣ ਲੱਗ ਪੈਂਦੇ ਨੇ। ਤੁਹਾਡੇ ਗਾਣਿਆਂ ਦੇ ਵਿੱਚ ਬਹੁਤ ਸਾਰਾ ਮਿਊਜ਼ਿਕ ਪੰਜਾਬੀ ਦਾ ਆ ਰਿਹਾ, ਤੁਹਾਡੀਆਂ ਫਿਲਮਾਂ ਦੇ ਵਿੱਚ ਫਿਲਮ ਹਿੰਦੀ ਦੀ ਹੁੰਦੀ ਹੈ ਜਾਂ ਉਰਦੂ ਦੀ ਹੁੰਦੀ ਹੈ ਤੇ ਉਹਦੇ ਵਿੱਚ ਗਾਣੇ ਪੰਜਾਬੀ ਦੇ ਆ ਰਹੇ ਨੇ। ਪਰ ਇਹ ਤੇ ਲਹਿੰਦੇ ਪੰਜਾਬ ਦੀ ਗੱਲ ਹੈ ਨਾ। ਹਾਂ, ਨਹੀਂ ਦੇਖੋ ਉਹਦੇ 'ਚ ਵੀ ਹੁਣ ਜਿਹੜੀ ਅਸੀਂ ਇਸ ਖੁਸ਼ਫਹਿਮੀ ਵਿੱਚ ਵੀ ਰਹਿੰਦੇ ਹਾਂ ਨਾ ਕਿ ਜੇ ਇੱਥੇ ਤੇ ਨਹੀਂ ਵੀ ਤੇ ਉੱਧਰ ਤੇ ਹੈ ਨਾ, ਉੱਧਰ ਵੀ ਜਿਹੜੀ ਪੰਜਾਬੀ ਉਹਦੇ 'ਚ ਇੰਨੀ ਕੁ ਸੰਸਕ੍ਰਿਤ ਆ ਗਈ ਹੈ ਕਿ ਅਸੀਂ ਉਹਨੂੰ ਨਹੀਂ ਕਹਿ ਸਕਦੇ ਕਿ ਆਪਣੀ ਪੰਜਾਬੀ ਨੂੰ ਤੇ ਉਸ ਪੰਜਾਬੀ ਨੂੰ ਇੱਕ ਲੈਂਗੁਏਜ ਮੇਰਾ ਖਿਆਲ ਆਉਣ ਵਾਲੇ ਵਕਤਾਂ 'ਚ ਨਹੀਂ ਕਹਿ ਸਕਾਂਗੇ। ਸ਼ਾਇਦ ਉਹਦਾ ਨਾ ਗੁਰਮੁਖੀ ਹੋ ਜਾਏਗਾ ਉਸ ਲੈਂਗੁਏਜ ਦਾ, ਹਾਲਾਂ ਹੈ ਤੇ ਉਹ ਸਕ੍ਰਿਪਟ,
ਉਹਨੂੰ ਅਸੀਂ ਕਹਾਂਗੇ ਆ ਗੁਰਮੁਖੀ ਬੋਲ ਰਿਹਾ ਹੈ, ਕਿਉਂਕਿ ਉਹਦੇ 'ਚ ਇੰਨੀ ਸੰਸਕ੍ਰਿਤ ਆ ਜਾਏਗੀ। ਔਰ ਸਾਡੀ ਜਿਹੜੀ ਪੰਜਾਬੀ ਹੈ ਜਿਹੜੀ ਹਾਲਾਂ ਬਚੀ ਇਸ ਵਾਸਤੇ ਵੇ ਕਿ ਸਰਕਾਰ ਨੇ ਕੁਝ ਨਹੀਂ ਕੀਤਾ। ਜੇ ਸਰਕਾਰ ਵੀ ਹੋ ਸਕਦਾ ਜਿਸ ਤਰ੍ਹਾਂ ਉੱਥੇ ਸਰਕਾਰ ਨੇ ਕੁਝ ਕੀਤਾ ਤੇ ਸੰਸਕ੍ਰਿਤ ਵਿੱਚ ਬਹੁਤ ਜ਼ਿਆਦਾ ਪਾ ਦਿੱਤੀ। ਸਾਡੀ ਜ਼ੁਬਾਨ ਆਪਣੇ ਆਪ ਹੀ ਬਚੀ ਹੋਈ ਹੈ ਅਜੇ ਤੱਕ, ਜਿਹੜੀ ਬਿਲਕੁਲ ਨਰੋਲ ਜਿਹੜੀ ਵਾਰਿਸ ਸ਼ਾਹ ਦੀ ਜ਼ੁਬਾਨ ਹੈ, ਅੱਜ ਵੀ ਅਸੀਂ ਵਾਰਿਸ ਸ਼ਾਹ ਦੀ ਹੀ ਜ਼ੁਬਾਨ ਬੋਲ ਰਹੇ ਹਾਂ। ਮੇਰਾ ਆਖਰੀ ਸਵਾਲ ਹੈ, ਜਦੋਂ ਪੰਜਾਬ ਦੇ ਮੇਲੇ ਠੇਲੇ ਤਿਉਹਾਰ ਮਜ਼ਹਬ ਦੇ ਨਾਲ ਅਕੀਦਿਆਂ ਦੇ ਨਾਲ ਜੋੜ ਦਿੱਤੇ ਗਏ, ਵਿਸਾਖੀ ਸਾਡੇ ਤੋਂ ਖਿੱਚ ਲਈ ਗਈ, ਮੇਲੇ ਸਾਡੇ ਖਿੱਚ ਲਏ ਗਏ, ਕਿਆ ਇਹ ਵੀ ਵਜ੍ਹਾ ਬਣਦੀ ਹੈ ਕਿਤੇ ਨਾ ਕਿਤੇ ਐਕਸਟ੍ਰੀਮਿਜ਼ਮ ਨੂੰ ਪ੍ਰਮੋਟ ਕਰਨ ਦੀ? ਦੇਖੋ ਤੇ ਆਪਣੇ ਆਪ ਹੀ ਜੁੜ ਗਈ ਨਾ ਗੱਲ। ਜਿਹੜੀ ਤੁਹਾਡੀ ਲੈਂਗੁਏਜ ਹੁੰਦੀ ਹੈ ਨਾ, ਤੁਹਾਡੀ ਵਿਸਾਖੀ ਦੇ ਜਿਹੜੇ ਗੀਤ ਨੇ ਸਾਰੇ ਮਾਂ ਬੋਲੀ 'ਚ ਹੋਣਗੇ, ਤੁਹਾਡੀ ਲੋਹੜੀ ਤੁਹਾਡੇ ਬਸੰਤ ਦੇ ਸਾਰੇ ਗੀਤ ਹੀ ਤੁਹਾਡੀ ਆਪਣੀ ਲੋਕਲ ਲੈਂਗੁਏਜ 'ਚ ਹੋਣਗੇ। ਬਾਕੀ ਮੇਲੇ ਤੇ ਸਾਰੇ ਜਿਹੜੇ ਲੱਗਦੇ ਸਨ ਸਾਡੇ, ਉਹ ਲੱਗਦੇ ਸਨ ਬਜ਼ੁਰਗਾਂ ਦੇ ਨਾਂ ਦੇ ਉੱਤੇ, ਬਜ਼ੁਰਗਾਂ ਦੇ, ਬੁੱਲੇ ਸ਼ਾਹ ਦੇ, ਸ਼ਾਹ ਹੁਸੈਨ ਦੇ, ਉਹਨਾਂ ਦੇ ਨਾਵਾਂ ਦੇ ਉੱਤੇ ਮੇਲੇ ਲੱਗਦੇ ਸਨ। ਮੇਲਾ ਜਿਹੜਾ ਐਟ ਏ ਟਾਈਮ ਮਵੇਸ਼ੀ ਮੰਡੀ ਤੋਂ ਲੈ ਕੇ ਕਾਰੋਬਾਰ ਤੱਕ ਸਭ ਕੁਝ ਹੁੰਦਾ ਸੀ। ਪੂਰਾ ਤੁਹਾਡਾ ਵਸੇਬ ਕਿਸੇ ਇੱਕ ਮੇਲੇ ਨੂੰ ਜਾ ਕੇ ਦੇਖ ਲਓ ਤੇ ਤੁਹਾਡਾ ਪੂਰਾ ਵਸੇਬ ਉਹਦੇ 'ਚ ਨਜ਼ਰ ਆ ਜਾਂਦਾ ਸੀ। ਉਹ ਵੀ ਇਸ ਵੇਲੇ ਖਤਰੇ ਵਿੱਚ ਹੈ। ਉਹ ਮੇਲਾ ਤਾਂ ਖੈਰ ਖਤਮ ਹੋ ਗਿਆ, ਬਹੁਤ ਛੋਟੇ ਛੋਟੇ ਮੇਲੇ ਰਹਿ ਗਏ ਤੇ ਬੜਾ ਖੌਫਨਾਕ ਜਿਹਾ ਸੀਨ ਜਿਹੜਾ ਨਾ ਬਣਦਾ ਜਾ ਰਿਹਾ, ਜਿਹਨੂੰ ਰੋਕਣ ਦੀ ਲੋੜ ਹੈ। ਬਹੁਤ ਸ਼ੁਕਰੀਆ ਨੈਨਸੁਖ ਸਾਹਿਬ, ਬਹੁਤ ਸ਼ੁਕਰੀਆ।